ਅਸੀਂ ਨੈਸ਼ਨਲ ਆਰਕਾਈਵ ਲਾਇਬ੍ਰੇਰੀ ਜੋ ਆਸਟ੍ਰੇਲੀਆ ਦੀ ਹੈ, ਉਹਦੇ ਵਿੱਚ ਇਹਨਾਂ ਅਖਬਾਰਾਂ ਨੂੰ ਆਨਲਾਈਨ ਘੋਖਣ ਦੀ ਕੋਸ਼ਿਸ਼ ਕੀਤੀ ਹੈ ਤੇ ਤੁਹਾਡੇ ਰੂਬਰੂ ਕਰ ਰਹੇ ਹਾਂ ਕਿ ਉਹਨਾਂ ਅਖਬਾਰਾਂ ਦੇ ਵਿੱਚ ਪੰਜਾਬ ਦੀ ਵੰਡ ਨੂੰ ਲੈ ਕੇ 1947 ਦੇ ਵਿੱਚ ਜੋ ਕੁਝ ਸਿਆਸੀ ਉਥਲ-ਪੁਥਲ ਪੰਜਾਬ 'ਚ ਹੋ ਰਹੀ ਸੀ, ਉਹਦੀਆਂ ਕਿਸ ਤਰ੍ਹਾਂ ਦੀਆਂ ਖਬਰਾਂ ਇੱਥੇ ਛਪਦੀਆਂ ਸਨ। ਜਿਹੜੀ ਸਭ ਤੋਂ ਪਹਿਲੀ ਤੁਸੀਂ ਇਹ ਖਬਰ ਦੇਖ ਰਹੇ ਜੇ, ਇਹ ਦ ਮਰਕਰੀ ਅਖਬਾਰ ਤਸਮਾਨੀਆ ਦੇ ਵਿੱਚ ਛਪੀ ਸੀਗੀ। ਇਹ ਜਿਹੜੀ ਡੇਟਾ ਮੈਨੂੰ ਦਿਖਾ ਰਿਹਾ, ਇਹਦੇ ਵਿੱਚ 15 ਅਗਸਤ 1947 ਵਾਲੇ ਦਿਨ ਹੀ ਛਪੀ ਸੀ ਤੇ ਇਹਦੇ ਵਿੱਚ ਸਪੈਸ਼ਲ ਐਕਸਕਲੂਸਿਵ ਆਰਟੀਕਲ ਸੀ ਪ੍ਰੋਬਲਮ ਆਫ ਡਿਵਾਈਡਿੰਗ ਪੰਜਾਬ, ਹੋਮ ਆਫ ਦਾ ਸਿੱਖਸ। ਇਸ ਲੰਬੇ ਚੌੜੇ ਆਰਟੀਕਲ ਦੇ ਵਿੱਚ ਬਹੁਤ ਅਹਿਮ ਖੁਲਾਸਾ ਕੀਤਾ ਗਿਆ ਕਿ ਜੇ ਪੰਜਾਬ ਦੀ ਵੰਡ ਹੁੰਦੀ ਆ ਤੇ ਉਹਦੇ ਨਾਲ ਸਿੱਖਾਂ ਨੂੰ ਸ਼ਾਇਦ ਇਹ ਵੰਡ ਮਨਜ਼ੂਰ ਨਾ ਹੋਵੇਗੀ, ਕਿਉਂਕਿ ਇੱਕ ਬਹੁਤ ਵੱਡਾ ਪਾੜਾ ਜਿਹੜਾ ਪੈ ਜਾਵੇਗਾ। ਇਸ ਲੇਖਕ OM ਗ੍ਰੀਨ ਨੇ ਬਹੁਤ ਦਿਲਚਸਪੀ ਦੇ ਨਾਲ 5 ਦਰਿਆਵਾਂ ਦੀ ਧਰਤੀ ਦਾ ਜ਼ਿਕਰ ਕੀਤਾ ਹੈ, ਪੰਜਾਬੀਆਂ ਦੇ ਸੁਭਾਅ ਦੀ ਗੱਲ ਕੀਤੀ ਹੈ ਤੇ ਸਿੱਖਾਂ ਦਾ ਉਸ ਵੇਲੇ ਦੀਆਂ ਜਿਹੜੀਆਂ ਦੋ ਮੁੱਖ ਕਹਿ ਲਈਏ ਵੀ ਮੁੱਖ ਕੌਮਾਂ ਸਨ, ਹਿੰਦੂ ਤੇ ਮੁਸਲਮਾਨਾਂ ਨਾਲ ਵਖਰੇਵੇਂ ਦੀ ਗੱਲ ਵੀ ਕੀਤੀ ਹੈ। ਸੋ ਇਹ ਗੱਲ ਅੱਜ ਤੋਂ ਲਗਭਗ ਮੰਨ ਸਕਦੇ ਹਾਂ ਕਿ ਜਦੋਂ ਇਹ ਵੰਡ ਹੋਣੀ ਸੀ ਤੇ ਇਹ ਸਾਰੀ ਚਰਚਾ, ਇਹ ਵਿਚਾਰ ਜਿਹੜੀ ਆਸਟ੍ਰੇਲੀਆ ਦੇ ਅਖਬਾਰਾਂ ਦੇ ਵਿੱਚ ਆਫ ਕੋਰਸ ਅੰਗਰੇਜ਼ੀ ਦੇ ਵਿੱਚ ਛਪੀਆਂ ਸਨ ਤੇ ਜਿਹੜੇ ਲੋਕ ਪੰਜਾਬੀ ਵੀ ਉਸ ਵੇਲੇ ਅੰਗਰੇਜ਼ੀ ਪੜ੍ਹਦੇ ਹੋਣਗੇ, ਖਾਸ ਕਰਕੇ ਜਿਹੜੇ ਗੈਰ ਪੰਜਾਬੀ ਭਾਈਚਾਰਾ ਜਾਂ ਗੋਰਿਆਂ ਦਾ ਭਾਈਚਾਰਾ, ਉਹਨਾਂ ਵਿੱਚ ਇਹ ਖਬਰਾਂ ਪ੍ਰਚਲਿਤ ਸਨ ਕਿ ਪੰਜਾਬ ਦੀ ਵੰਡ ਦਾ ਕੀ ਅਸਰ ਪੈ ਸਕਦਾ ਹੈ। ਦੂਜੀ ਅਖਬਾਰ ਜਿਹੜੀ ਹੈ ਉਹ ਆਫ ਕੋਰਸ ਜਦੋਂ ਵੰਡ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਬਹੁਤ ਸਾਰੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਦੰਗੇ ਹੋਏ ਤੇ ਉਹ ਵੀ ਉਹਦਾ ਕਾਰਨ ਵੀ ਡਿਵੀਜ਼ਨ ਆਫ ਪੰਜਾਬ ਜਿਹੜੀ ਕਿ ਉਹਦਾ ਉਹਨਾਂ ਨੇ ਜ਼ਿਕਰ ਕੀਤਾ ਹੈ। ਸੰਡੇ ਮਾਰਨਿੰਗ ਹੈਰਲਡ ਜਿਹੜਾ ਕਿ ਤੁਸੀਂ ਟਾਈਟਲ ਪੜ੍ਹ ਰਹੇ ਜੇ, ਸ਼ੁੱਕਰਵਾਰ ਦੇ ਦਿਨ 15 ਅਗਸਤ 1947 ਨੂੰ, ਇਹਦੇ ਵਿੱਚ ਇਹ ਐਡੀਟੋਰੀਅਲ ਹੈ ਅਖਬਾਰ ਦਾ ਤੇ ਉਹ ਜ਼ਿਕਰ ਕਰਦਾ ਹੈ ਕਿ ਇਹ ਇੱਕ ਬ੍ਰਿਟਿਸ਼ ਗਵਰਨਮੈਂਟ ਐਕਸਪੈਰੀਮੈਂਟ ਕਰ ਰਹੀ ਹੈ ਕਿ ਭਾਰਤ ਔਰ ਪਾਕਿਸਤਾਨ ਦੇ ਦੋ ਮੁਲਕ ਬਣਨ ਦੇ ਨਾਲ ਇਹ ਲੋਕਾਂ ਨੂੰ ਕੀ ਤਾਕਤ ਦਿੱਤੀ ਜਾ ਸਕਦੀ ਹੈ, ਕਿ ਇਹ ਲੋਕ ਇੰਨੇ ਕੈਪੇਬਲ ਹੋਣਗੇ ਕਿ ਉਹ ਆਪਣੀਆਂ ਸਰਕਾਰਾਂ ਚਲਾ ਸਕਣਗੇ। ਹੁਣ ਇਹ ਗੱਲ ਅਸੀਂ ਅੱਜ ਜਦੋਂ 70 ਸਾਲ ਬਾਅਦ ਵੇਖਦੇ ਹਾਂ ਤੇ ਪਿੱਛੇ ਮੁੜ ਕੇ ਵੇਖੀਏ ਵੀ ਕੀ ਇਹ ਖਦਸ਼ੇ ਜੋ ਪੈਦਾ ਕੀਤੇ ਸੀ ਕਿ ਉਹ ਸਹੀ ਹੋ ਰਹੇ ਕਿ ਨਹੀਂ ਹੋ ਰਹੇ, ਇਹ ਗੱਲ ਸਾਡੇ ਵਿਚਾਰਨ ਵਾਲੀ ਹੈ। ਪਰ ਆਫ ਕੋਰਸ ਇਹਦੇ ਵਿੱਚ ਐਕਸਪੈਰੀਮੈਂਟ ਇਨ ਅੰਪਾਇਰ ਦੀ ਗੱਲ ਉਹਨਾਂ ਨੇ ਕੀਤੀ ਹੈ ਕਿ ਇਹ ਕਿਸ ਤਰ੍ਹਾਂ ਦਾ ਤਜਰਬਾ ਕੀਤਾ ਜਾ ਰਿਹਾ ਹੈ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ। ਆਫ ਕੋਰਸ ਰॉयट्स ਦੀਆਂ ਖਬਰਾਂ ਬਹੁਤ ਸਨ, ਜਿਹਦੇ ਵਿੱਚ ਕਿ ਇੰਡੀਪੈਂਡੈਂਸ ਦੇ ਨਾਂ ਦੇ ਹੇਠ ਬਹੁਤ ਸਾਰੇ ਜਿਹੜੇ ਕਿ ਉਹ 16 ਤੋਂ ਬਾਅਦ ਹੀ ਜਿਹੜੇ ਕਿ ਵਿੱਚੋਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਇਹ ਇੱਕ ਖਬਰ ਜਿਹੜੀ ਡੈਲੀਬਰੇਟਲੀ ਮੈਂ ਇੱਥੇ ਸ਼ੇਅਰ ਕਰਨੀ ਚਾਹੁੰਦਾ, ਆਰਬਿਟ੍ਰੇਸ਼ਨ ਪਲਾਨ ਐਕਸੈਪਟੇਬਲ। ਇਹ ਗੱਲ, ਇਹ ਅਖਬਾਰ ਦੀ ਖਬਰ ਤਾਂ ਪੁਰਾਣੀ ਹੈ, 1960s ਦੇ ਵਿੱਚ ਆ ਕੇ ਇਹ ਅਖਬਾਰ ਛਪਦੀ ਹੈ ਖਬਰ, ਜਦੋਂ ਮਾਸਟਰ ਤਾਰਾ ਸਿੰਘ ਹੋਣਾ ਨੇ ਪੰਜਾਬੀ ਹੋਮਲੈਂਡ ਤੇ ਸਿੱਖ ਹੋਮਲੈਂਡ ਦਾ ਮੋਰਚਾ ਲਾਇਆ ਤੇ ਜਦੋਂ 12-15 ਦਿਨ ਦੀ ਭੁੱਖ ਹੜਤਾਲ, 18 ਦਿਨ ਦੀ ਭੁੱਖ ਹੜਤਾਲ ਹੋ ਗਈ ਤੇ ਅਖਬਾਰ ਇਹ ਦੱਸਦਾ ਆ ਕਿ ਉਹਨਾਂ ਨੇ ਕਿਹਾ ਕਿ ਇੱਕ ਵਿਚਲਾ ਰਸਤਾ ਜਿਹੜਾ ਕਿ ਉਹ ਲੱਭਿਆ ਜਾਵੇ। ਉਹ ਕੀ ਉਹ ਵਿਚਲਾ ਰਸਤਾ ਐਕਸੈਪਟੇਬਲ ਹੋਵੇਗਾ ਕਿ ਨਹੀਂ ਹੋਵੇਗਾ, ਉਹਦੇ ਬਾਰੇ ਜਿਹੜਾ ਜ਼ਿਕਰ ਇਸ ਅਖਬਾਰ 'ਚ ਕੀਤਾ ਗਿਆ ਹੈ। ਆਫ ਕੋਰਸ ਇਹਦੇ ਵਿੱਚ ਇੰਡੀਆ ਦੀ ਇੰਡੀਪੈਂਡੈਂਸ ਦੀ ਗੱਲ ਵੀ ਹੈ, ਪਰ ਇਹਦੇ ਵਿੱਚ ਇਹਨਾਂ ਨੇ ਇੱਕ ਜ਼ਿਕਰ ਜਿਹੜਾ ਕੀਤਾ ਹੈ ਇਹ 47 ਤੋਂ ਪਹਿਲਾਂ ਦਾ ਹੈ ਕਿ ਕੀ 47 ਤੋਂ ਪਹਿਲਾਂ ਅਮਰੀਕਾ ਔਰ ਡਿਪਲੋਮੈਟਿਕ ਪ੍ਰੈਸ਼ਰ ਜਿਹੜਾ ਇੰਗਲੈਂਡ ਤੇ ਬਣ ਰਿਹਾ ਸੀ ਕਿ ਇਹਨਾਂ ਦੋਨਾਂ ਮੁਲਕਾਂ ਨੂੰ ਆਜ਼ਾਦ ਕੀਤਾ ਜਾਵੇ। ਉਹਦੇ ਵਿੱਚ ਜਿਹੜਾ ਅਖਬਾਰ ਕਾਰਨ ਦੱਸਦਾ ਹੈ ਉਹ ਇਹ ਦੱਸਦਾ ਹੈ ਕਿ ਇਕਨੋਮਿਕ ਰਿਸੈਸ਼ਨ ਬਹੁਤ ਜ਼ਿਆਦਾ ਆ ਇੰਗਲੈਂਡ ਔਰ ਅਮਰੀਕਾ ਦੇ ਵਿੱਚ, ਤੇ ਉਹ ਚਾਹੁੰਦੇ ਨੇ ਕਿ ਇਹਨਾਂ ਮੁਲਕਾਂ ਨੂੰ ਅਜੇ ਵੱਖ ਕੀਤਾ ਜਾਵੇ ਕਿਉਂਕਿ ਉਹ ਅੰਗਰੇਜ਼ ਲੋਕ ਇਹਨਾਂ ਦੇ ਖਰਚੇ ਨਹੀਂ ਕਰ ਸਕਦੇ। ਹਰਜਿੰਦਰ ਸਿੰਘ ਜੀ, ਇਹ ਕੁਛ ਜਿਹੜੀਆਂ ਅਖਬਾਰਾਂ ਮੈਂ ਤੁਹਾਡੇ ਰੂਬਰੂ ਕੀਤੀਆਂ ਤੇ ਮੈਨੂੰ ਇਹ ਦੱਸੋ ਸਭ ਤੋਂ ਪਹਿਲਾਂ ਕਿ ਤੁਹਾਨੂੰ ਕੀ ਵਿਚਾਰ ਆਉਂਦੇ ਤੁਹਾਡੇ ਮਨ 'ਚ ਜਦੋਂ ਤੁਸੀਂ ਇਹ ਖਬਰਾਂ ਪੜ੍ਹਦੇ ਜੀ, ਕਿਉਂਕਿ ਆਸਟ੍ਰੇਲੀਅਨ ਅਖਬਾਰਾਂ ਦੇ ਵਿੱਚ ਉਸ ਵੇਲੇ ਛਪਦੀਆਂ ਸਨ, ਹੋਰ ਵੀ ਅਖਬਾਰਾਂ ਹਨ ਪਰ ਸਮੇਂ ਦੀ ਘਾਟ ਕਾਰਨ ਅਸੀਂ ਸਾਰਿਆਂ ਨੂੰ ਕੱਲੀ ਨਿਊਜ਼ ਨੂੰ ਸ਼ਾਇਦ ਇੱਥੇ ਨਹੀਂ ਵੇਖ ਸਕਦੇ। ਪੰਜਾਬ ਦੀ ਵੰਡ ਨੂੰ ਤੁਸੀਂ ਜਾਂ ਜਿਵੇਂ ਇੰਡੀਪੈਂਡੈਂਸ ਦੀ ਗੱਲ ਵੀ ਹੋਈ ਹੈ, ਤੁਸੀਂ ਇਹਨਾਂ ਦੋਨਾਂ ਨਜ਼ਰੀਆਂ ਨੂੰ ਕਿਵੇਂ ਦੇਖਦੇ ਜੀ? ਵਿਕਰਮ ਸਿੰਘ, ਵੈਸੇ ਤਾਂ ਤੁਸੀਂ ਬਰੀਫਲੀ ਉਹ ਗੱਲ ਸਾਰੀ ਦੱਸ ਦਿੱਤੀ ਹੈ, ਉਹਦੇ ਸੇਲੀਐਂਟ ਪੁਆਇੰਟਸ ਨੇ ਜਿਹੜੇ, ਪਰ 2-4 ਗੱਲਾਂ ਮੈਂ ਬਰੀਫਲੀ ਕਰਾਂਗਾ। ਇੱਕ ਤਾਂ ਇਹ ਹੈ ਕਿ ਇਹਦੇ ਵਿੱਚ ਚਾਹੇ ਆਸਟ੍ਰੇਲੀਆ ਹਿੰਦੁਸਤਾਨ ਤੋਂ, ਪੰਜਾਬ ਤੋਂ ਜਿਓਗ੍ਰਾਫਿਕਲੀ ਦੂਰ ਆ, ਪਰ ਕਿਉਂਕਿ ਇਹ ਬ੍ਰਿਟਿਸ਼ ਅੰਪਾਇਰ ਦਾ ਪਾਰਟ ਰਿਹਾ, ਇਸ ਕਰਕੇ ਇਹਨਾਂ ਦਾ ਜਿਹੜਾ ਇੰਟਰਸਟ ਆ ਆਸਟ੍ਰੇਲੀਅਨ ਕਮਿਊਨਿਟੀ ਦਾ, ਗਵਰਨਮੈਂਟ ਦਾ ਜਾਂ ਪ੍ਰੈਸ ਦਾ, ਉਹ ਪੰਜਾਬ ਦੇ ਅਫੇਅਰਸ ਦੇ ਵਿੱਚ ਜਾਂ ਬ੍ਰਿਟਿਸ਼ ਇੰਡੀਆ ਦੇ ਅਫੇਅਰਸ ਦੇ ਵਿੱਚ ਉਸ ਵੇਲੇ ਪਾਰਟੀਸ਼ਨ ਹੋ ਰਹੀ ਆ, ਉਹਦੇ ਵਿੱਚ ਇੰਟਰਸਟ ਆ ਜਿਹੜਾ ਕੁਆਇਟ ਨੈਚੁਰਲ ਆ।
ਇਸ ਕਰਕੇ ਉਹ ਜਿਹੜੇ ਇੰਟਰਸਟ ਕਰਕੇ ਜਿਹੜੀ ਕਵਰੇਜ ਆ ਪੰਜਾਬ ਦੇ ਜਾਂ ਹਿੰਦੁਸਤਾਨ ਦੀ ਵੰਡ ਦੀ, ਉਹ ਇਹਦੇ ਵਿੱਚ ਕਵਰ ਉਹਨਾਂ ਨੇ ਕੀਤੀ ਹੈ। ਦੂਸਰੀ ਗੱਲ ਇਹਦੇ 'ਚ ਇਹ ਆ ਕਿ ਇੰਟਰਸਟਿੰਗਲੀ ਕਾਫੀ ਜਿਹੜੇ ਸ਼ੱਕ ਨੇ ਤੇ ਜਾਂ ਖਦਸ਼ੇ ਨੇ ਉਹ ਉਸ ਵੇਲੇ ਦੀਆਂ ਖਬਰਾਂ 'ਚ ਆਸਟ੍ਰੇਲੀਆ ਦੇ ਪ੍ਰੈਸ ਦੇ ਵਿੱਚ ਜ਼ਾਹਰ ਕੀਤੀਆਂ ਨੇ ਕਿ ਕੀ ਜਿਹੜੀ ਇਹ ਪਾਰਟੀਸ਼ਨ ਹੈ ਇਹ ਬ੍ਰਿਟਿਸ਼ ਹਿੰਦੁਸਤਾਨ ਦੇ ਮਸਲਿਆਂ ਦਾ ਹੱਲ ਹੈ, ਕੀ ਇਹ ਯਾਨੀ ਲੋਕਾਂ 'ਚ ਜਿਹੜੀ ਅਮਨ ਭਾਈਚਾਰਾ ਤੇ ਖੁਸ਼ਹਾਲੀ ਦਾ ਰਸਤਾ ਹੈ। ਤੇ ਇਹਦੇ 'ਚ ਉਹਨਾਂ ਨੇ ਸ਼ੱਕ ਤੇ ਖਦਸ਼ੇ ਜ਼ਾਹਰ ਕੀਤੇ ਨੇ ਕਿ ਸ਼ਾਇਦ ਨਹੀਂ ਹੈ, ਤੇ ਉਹ ਚੀਜ਼ਾਂ ਅਸੀਂ ਦੇਖਦੇ ਵੀ ਹਾਂ। ਤੇ ਦੂਸਰੀ ਗੱਲ ਇਹਦੇ 'ਚ ਇੰਟਰਸਟਿੰਗਲੀ ਇਹ ਆ ਕਿ ਇਹਦੇ ਵਿੱਚ ਉਹਨਾਂ ਨੇ 2 ਸਿੱਖ ਲੀਡਰਾਂ ਦਾ ਜ਼ਿਕਰ ਕੀਤਾ ਖਾਸ ਤੌਰ ਤੇ ਉਸ ਵੇਲੇ। ਪਹਿਲਾ ਜਿਹੜਾ ਜ਼ਿਕਰ ਹੈ ਉਹ ਮਾਸਟਰ ਤਾਰਾ ਸਿੰਘ ਹੋਣਾ ਦਾ, ਕਿ ਮਾਸਟਰ ਤਾਰਾ ਸਿੰਘ ਸਿੱਖਾਂ ਦੇ ਬੜੇ ਵਾਹਦ ਲੀਡਰ ਨੇ ਤੇ ਸਿੱਖ ਉਹਨਾਂ ਨੂੰ ਬਲਾਈਂਡਲੀ ਇੱਕ ਤਰ੍ਹਾਂ ਦਾ ਫਾਲੋ ਕਰਦੇ ਨੇ ਤੇ ਉਹਨਾਂ 'ਚ ਉਹਨਾਂ ਦਾ ਫੇਥ ਹੈ ਕਿ ਜੋ ਮਾਸਟਰ ਤਾਰਾ ਸਿੰਘ ਕਹਿੰਦੇ ਆ ਸਿੱਖੋ ਕਰਦੇ ਆ। ਤੇ ਨਾਲ ਉਹਨਾਂ ਨੇ ਇਹ ਵੀ ਕਮੈਂਟ ਕੀਤਾ ਕਿ ਸਿੱਖਾਂ ਦੀ ਗਿਣਤੀ ਚਾਹੇ ਥੋੜੀ ਆ ਰਿਲੇਟਿਵਲੀ, ਪਰ ਇਹਨਾਂ 'ਚ એનર્ਜੀ ਬਹੁਤ ਜ਼ਿਆਦਾ ਹੈ। ਔਰ ਉਹ ਜਿਹੜੀ એનર્ਜੀ ਦਾ ਇੱਕ ਕਾਰਨ ਇਹ ਹੈ ਕਿ ਇਹਨਾਂ 'ਚ ਏਕਾ ਬਹੁਤ ਹੈ, ਔਰ ਇਹ ਆਪਣੇ ਲੀਡਰ ਦੀ ਗੱਲ ਸਾਰੇ ਬਿਨਾਂ ਕੁਐਸਚਨ ਕੀਤੇ ਉਹਨੂੰ ਮੰਨਦੇ ਨੇ। ਤੋ ਏਕੇ ਕਰਕੇ ਇਹਨਾਂ ਦਾ ਜਿਹੜਾ ਅਸਰ ਹੈ ਜਾਂ ਇਫੈਕਟਿਵਨੈਸ ਆ ਉਹ ਬਹੁਤ ਜ਼ਿਆਦਾ। ਤੇ ਨਾਲ ਦੀ ਨਾਲ ਜਿੱਥੇ ਜਦੋਂ ਮਾਸਟਰ ਤਾਰਾ ਸਿੰਘ ਦੀ ਗੱਲ ਕਰਦੇ ਆ ਤਾਂ ਉਹ ਇਹ ਵੀ ਗੱਲ ਕਰਦੇ ਆ ਵੀ ਮਾਸਟਰ ਤਾਰਾ ਸਿੰਘ ਨੇ ਵੰਡ ਦੇ ਮੌਕੇ ਤੇ, ਕਿਉਂਕਿ ਹਾਲਾਤ ਕਾਫੀ ਖਰਾਬ ਹੋ ਗਏ ਸੀਗੇ, ਤਾਂ ਉਹਨਾਂ ਨੇ ਇੱਕ ਅਮਨ ਦੀ ਅਪੀਲ ਵੀ ਕੀਤੀ। ਪਰ ਨਾਲ ਦੀ ਨਾਲ ਉਹ ਤੇ ਕੁਝ ਪੈਂਫਲੇਟ ਵੀ ਬਾਈ ਏਅਰ ਲੋਕਾਂ ਦੇ ਵਿੱਚ, ਪੇਂਡੂ ਸ਼ਹਿਰੀ ਏਰੀਆ ਦੇ ਵਿੱਚ ਵੰਡੇ ਗਏ, ਸੁੱਟੇ ਗਏ, ਕਿ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਅਮਨ ਅਮਾਨ ਨਾਲ ਰਹਿਣ, ਇੱਕ ਦੂਸਰੇ ਨੂੰ ਕਤਲੋਗਾਰ ਤੋਂ ਬਚਣ। ਪਰ ਨਾਲ ਦੀ ਨਾਲ ਪ੍ਰੈਸ ਦੇ ਵਿੱਚ ਕੁਐਸਚਨ ਵੀ ਕੀਤਾ ਗਿਆ ਉਸ ਅਪੀਲ ਦੀ ਜਿਹੜੀ ਜੈਨੂਇਨਨੈਸ ਉਹਦੇ ਬਾਰੇ ਵੀ, ਕਿਉਂਕਿ ਉਹਦੇ 'ਚ ਕਿਹਾ ਗਿਆ ਸੀ ਕਿ ਜੇ ਜਿਹੜਾ ਬਾਉਂਡਰੀ ਆ ਉਹ ਸਿੱਖਾਂ ਦੀ ਮਰਜ਼ੀ ਦੇ ਮੁਤਾਬਕ ਜਾਂ ਤਸੱਲੀ ਬਖਸ਼ ਨਾ ਬਣੇ ਤਾਂ ਸਿੱਖ ਚੁੱਪ ਕਰਕੇ ਨਹੀਂ ਬੈਠਣਗੇ। ਇਹ ਗੱਲ ਵੀ ਉਹਦੇ ਵਿੱਚ ਆ। ਤੇ ਇਸ ਤੋਂ ਇਲਾਵਾ ਜਿਹੜਾ ਦੂਸਰਾ ਸਿੱਖਾਂ ਦਾ ਲੀਡਰ ਆ ਜਿਹਦਾ ਜ਼ਿਕਰ ਆ ਉਹ ਹੈਗਾ ਮਹਾਰਾਜਾ ਯਾਦਵਿੰਦਰ ਸਿੰਘ, ਜਿਹੜੇ ਪਟਿਆਲੇ ਦੇ ਮਹਾਰਾਜਾ ਸਨ, ਉਹਨਾਂ ਦਾ। ਤੇ ਉਹ ਬੜੇ ਗ੍ਰੇਸਫੁਲ ਬੰਦੇ ਨੇ, 6 ਫੁੱਟ ਲੰਮਾ ਉਹਨਾਂ ਦਾ ਕੱਦ ਆ ਤੇ ਬਹੁਤ ਇੱਕ ਬੜੇ ਇੰਪ੍ਰੈਸਿਵ ਪਰਸਨੈਲਿਟੀ ਆ। ਇਸ ਤਰ੍ਹਾਂ ਦਾ ਉਹਨਾਂ ਦੇ ਬਾਰੇ ਜ਼ਿਕਰ ਹੈ। ਤੇ ਇਸ ਤੋਂ ਇਲਾਵਾ ਜਿਹੜਾ ਜ਼ਿਕਰ ਕੀਤਾ ਗਿਆ ਉਹ ਵੀ ਕਿਹਾ ਗਿਆ ਕਿ ਜਦੋਂ ਮਾਸਟਰ ਤਾਰਾ ਸਿੰਘ ਦੀ ਗੱਲ ਆਉਂਦੀ ਆ ਕਿ ਮਾਸਟਰ ਤਾਰਾ ਸਿੰਘ ਇਹ ਮਹਿਸੂਸ ਕਰਦੇ ਆ ਕਿ ਜੋ ਜਿਹੜੇ ਅਰਬ ਨੇ ਉਹ ਪੈਲਸਟੀਨ ਬਾਰੇ ਮਹਿਸੂਸ ਕਰਦੇ ਆ, ਜਿਸ ਤਰ੍ਹਾਂ ਉਸੇ ਤਰ੍ਹਾਂ ਸਿੱਖ ਹੈ ਜਿਹੜਾ ਉਹ ਪੰਜਾਬ ਬਾਰੇ ਮਹਿਸੂਸ ਕਰਦਾ। ਸੋ ਇੱਕ ਗੱਲ ਮੈਂ ਰਹਿ ਗਿਆ ਸੀ, ਤੁਸੀਂ ਯਾਦ ਕਰਾਤੀ, ਬਾਉਂਡਰੀ ਦੇ ਨਾਲ ਰਿਲੇਟਡ ਹੀ। ਤੇ ਉਹਦੇ ਵਿੱਚ ਇਹ ਵੀ ਲਿਖਿਆ ਕਿ ਜਿਹੜੇ ਸਿੱਖ ਨੇ ਉਹ ਚਾਹੁੰਦੇ ਆ ਕਿ ਜਿਹੜਾ ਬਾਉਂਡਰੀ ਆ ਉਹ ਚਨਾਬ ਰਿਵਰ ਬਣੇ। ਪਰ ਲੱਗਦਾ ਇਹ ਆ, ਉਹ ਇਹ ਕਹਿੰਦੇ ਆ, ਪਰ ਲੱਗਦਾ ਇਹ ਆ ਵੀ ਜਿਹੜੀ ਬਾਉਂਡਰੀ ਹੈ ਉਹ ਬਿਆਸ ਦਰਿਆ ਬਣੇਗੀ, ਜਿਹੜੀ ਕਿ ਸਤਲੁਜ ਦੀ ਇੱਕ ਟ੍ਰਿਬਿਊਟਰੀ ਹੈ। ਇਸ ਦਾ ਵੀ ਜ਼ਿਕਰ ਹੈ। ਤੇ ਐਕਚੁਅਲੀ ਬਾਉਂਡਰੀ ਆਪਾਂ ਦੇਖਦੇ ਹਾਂ ਵੀ ਉਹ ਬਿਆਸ ਦੇ ਤੇ ਚਨਾਬ ਦੇ ਵਿਚਕਾਰ ਜਿਹੜੀ ਰਾਵੀ ਹੈ ਫਿਰ ਉਹ ਬਣਦੀ ਹੈ। ਸੋ ਦੇਖੋ, ਇਹਦੇ 'ਚ ਬੜੀ ਦਿਲਚਸਪ ਗੱਲ ਇਹ ਨਿਕਲਦੀ ਹੈ ਕਿ ਜਦੋਂ ਆਸਟ੍ਰੇਲੀਆ ਦੀਆਂ ਅਖਬਾਰਾਂ ਦੇ ਵਿੱਚ ਇਹ ਚਰਚਾ ਚੱਲ ਰਹੀ ਹੈ, ਕੁਦਰਤੀ ਗੱਲ ਹੈ ਕਿ ਜਿਹੜੇ ਪੱਤਰਕਾਰ ਨੇ ਉਸ ਵੇਲੇ ਸ਼ਾਇਦ ਟੈਲੀਗ੍ਰਾਫ ਔਰ ਟੈਲੀਫੋਨ ਰਾਹੀਂ ਇਹ ਖਬਰਾਂ ਆਉਂਦੀਆਂ ਸਨ ਤੇ ਉਹ ਉੱਥੋਂ ਖਬਰਾਂ ਇਕੱਠੀਆਂ ਕਰਦੇ ਨੇ। ਤੇ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਜਾਂ ਸਿੱਖ ਲੀਡਰਸ਼ਿਪ ਹੈ, ਉਹਨਾਂ ਨੇ ਇਹ ਗੱਲਾਂ ਅੱਜ ਜੇ ਅਸੀਂ ਵੇਖੀਏ ਵੀ ਵਿਜ਼ੂਅਲਾਈਜ਼ ਕਿਉਂ ਨਹੀਂ ਕੀਤੀਆਂ। ਜਿਹੜਾ ਅਸੀਂ ਸਮਝਦੇ ਹਾਂ ਕਿ ਇਹ ਵੰਡ ਜਾਂ ਇਹ ਕਤਲੋਗਾਰਤ ਹੋਈ ਜਾਂ ਇਹ ਖਦਸ਼ੇ ਜਦੋਂ ਅਖਬਾਰਾਂ ਦੇ ਵਿੱਚ ਹੈ, ਪੱਤਰਕਾਰਾਂ ਨੂੰ ਪਤਾ ਨਹੀਂ, ਤੇ ਉਹ ਕਿਉਂ ਵਿਜ਼ੂਅਲਾਈਜ਼ ਨਹੀਂ ਕਰ ਰਹੇ, ਜਾਂ ਕਿਉਂ ਵੀ ਜਿਹਨੂੰ ਕਹਿ ਲਏ ਵੀ ਪੰਜਾਬੀਆਂ ਨੇ ਤਾਂ ਵੰਡ ਮੰਗੀ ਨਹੀਂ ਤੇ ਵੰਡ ਕਿਵੇਂ ਥੋਪੀ ਜਾਂਦੀ ਹੈ। ਇਹਦੇ ਬਾਰੇ ਥੋੜਾ ਜਿਹਾ ਜੇ ਆਪਾਂ ਹਿਸਟੋਰੀਕਲ ਪੁਆਇੰਟ ਟੂ ਪੁਆਇੰਟ ਰੈਫਰੈਂਸ ਕਰਕੇ ਦੇਖੀਏ। ਸੋ ਇਸ ਕਰਕੇ ਜਿਸ ਤੱਕ ਵੰਡ ਦੀ ਗੱਲ ਆ, ਮੇਰਾ ਆਪਣਾ, ਜਿੱਦਾਂ ਪਹਿਲਾਂ ਵੀ ਕਿਹਾ ਕਿ ਇਹ ਰੋਕੀ ਜਾ ਸਕਦੀ ਸੀ ਜੇ ਸ਼ਾਇਦ ਅਸੀਂ ਫਰਾਖ ਦਿਲੀ ਦਿਖਾਈ ਜਾਂਦੀ ਸਾਰੇ ਪਾਸਿਆਂ ਵੱਲੋਂ, ਔਰ ਖਾਸ ਤੌਰ ਤੇ ਕਾਂਗਰਸ ਦੀ ਲੀਡਰਸ਼ਿਪ ਵੱਲੋਂ, ਕਿਉਂਕਿ ਉਹ ਵੱਡੀ ਪਾਰਟੀ ਸੀ। ਸੋ ਇਹਦੇ ਵਿੱਚ ਮੈਂ ਸਵਾਲਾਂ ਦੀ ਜਾਂ ਖਬਰਾਂ ਤੋਂ ਜਿਹੜੀ ਗੱਲ ਕਨਕਲੂਡ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹ 'ਚ ਇਹ ਵੀ ਗੱਲ ਨਿਕਲਦੀ ਹੈ ਵੀ
ਉਹ ਵੰਡ ਨੂੰ, ਪੰਜਾਬ ਦੀ ਵੰਡ ਨੂੰ ਸਿੱਖਾਂ ਨੇ ਰਿਜੈਕਟ ਕੀਤਾ। ਜਿਹੜੀ ਇੱਕ ਮੰਗ ਪਿਛਲੇ ਕਈ ਸਾਲ ਪੋਲੀਟੀਕਲ ਰਹੀ ਕਿ ਸਿੱਖ ਹੋਮਲੈਂਡ ਹੋਣਾ ਚਾਹੀਦਾ, ਇਹ ਸਾਰਾ, ਕੀ ਤੁਸੀਂ ਸਮਝਦੇ ਹੋ ਕਿ ਇਹ ਮੰਗ ਉਸ ਵੇਲੇ ਵੀ ਵਿੱਚ ਸੀਗੀ, ਜਾਂ ਸਿੱਖ ਲੀਡਰਸ਼ਿਪ ਕੋਲੋਂ ਇਹ ਵਿੱਚ ਕਿਤੇ ਚਰਚਾ ਸੀਗੀ ਕਿ ਉਹਨਾਂ ਦਾ ਵੱਖਰਾ ਇੱਕ ਦੇਸ਼ ਹੋਣਾ ਚਾਹੀਦਾ, ਸਿੱਖ ਹੋਮਲੈਂਡ ਵੱਖਰੀ ਹੋਣੀ ਚਾਹੀਦੀ, ਜਾਂ ਇਸ ਨੂੰ ਪੰਜਾਬ ਦੀ ਵੰਡ ਦੇ ਨਾਲ ਕਿਵੇਂ ਆਪਾਂ ਦੇਖਦੇ ਹਾਂ? ਕਿਉਂਕਿ ਅਖਬਾਰਾਂ ਦੇ ਵਿੱਚ ਹੈਗਾ ਕਿ ਸਿੱਖ ਡੈਲੀਬਰੇਟਲੀ ਰਿਜੈਕਟਡ ਦਾ ਪਾਰਟੀਸ਼ਨ। ਇਹਦਾ ਇਸ ਤਰ੍ਹਾਂ ਜੀ ਸੇਖੋਂ ਸਾਹਿਬ, ਵੀ ਕਹਿਣ ਨੂੰ ਜੇ ਸਰਫਸ ਤੇ ਦੇਖਿਆ ਜਾਵੇ ਤਾਂ ਅਕਾਲੀ ਦਲ ਆ ਜਿਹੜਾ ਉਸ ਵੇਲੇ ਜਿਹੜੀ ਸਿੱਖ ਲੀਡਰਸ਼ਿਪ ਹੈ, ਕਿਉਂਕਿ ਜਿਹੜੀ ਚੀਫ ਖਾਲਸਾ ਦੀਵਾਨ ਦੀ ਲੀਡਰਸ਼ਿਪ ਆ ਉਹ ਇੱਕ ਤਰ੍ਹਾਂ ਬਹੁਤ ਕਮਜ਼ੋਰ ਪੈ ਗਈ ਸੀ, ਤੇ ਅਕਾਲੀ ਲੀਡਰਸ਼ਿਪ ਆ ਜਿਹੜੀ ਇਹ ਬੜੀ ਤਾਕਤਵਰ ਹੋ ਗਈ ਸੀ। ਤੇ ਮਾਸਤਾਰਾ ਸਿੰਘ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਆਸਟ੍ਰੇਲੀਅਨ ਇੰਗਲਿਸ਼ ਪ੍ਰੈਸ ਦੇ ਵਿੱਚ ਵੀ ਮਾਸਤਾਰਾ ਸਿੰਘ ਦਾ ਜ਼ਿਕਰ ਹੈ ਕਿ ਉਹਨਾਂ ਦਾ ਵਾਹ ਦੇ ਲੀਡਰ ਬਣ ਗਿਆ ਸੀ। ਤੇ ਅਕਾਲੀ ਲੀਡਰਸ਼ਿਪ ਆ ਜਿਹੜੀ ਉਸ ਵੇਲੇ ਕਹਿਣ ਨੂੰ ਇਹ ਪੰਜਾਬ ਦੀ ਵੰਡ ਦੇ ਖਿਲਾਫ ਸੀ। ਜੇ ਆਪਾਂ ਉੱਦਾਂ ਬਿਆਨ ਦੇਖੀਏ ਜਾਂ ਸਰਫਸ ਤੇ ਦੇਖੀਏ, ਹਾਂ ਇਹ ਪੰਜਾਬ ਦੀ ਵੰਡ ਦੇ ਖਿਲਾਫ ਸੀ। ਪਰ ਜੇ ਤੁਸੀਂ ਇਹਦੀ ਤਹਿ 'ਚ ਜਾ ਕੇ ਦੇਖੋ ਤਾਂ ਇਹਦੇ ਵਿੱਚ ਮੈਨੂੰ ਕੋਈ ਬਹੁਤਾ ਤੰਤ ਨਹੀਂ ਲੱਗਦਾ ਇਸ ਗੱਲ ਦੇ ਵਿੱਚ ਕਿ ਸਿੱਖ ਸੀਗੇ ਜਿਹੜੇ ਜਾਂ ਅਕਾਲੀ ਲੀਡਰਸ਼ਿਪ ਸੀ ਉਹ ਪੰਜਾਬ ਦੀ ਵੰਡ ਦੇ ਢਿੱਡੋਂ ਜਾਂ ਦਿਲੋਂ ਖਿਲਾਫ ਸੀ। ਤੁਸੀਂ 2-3 ਗੱਲਾਂ ਪਹਿਲਾਂ ਵੀ ਆਪਾਂ ਜੇ ਕਰ ਲਈਏ ਤਾਂ ਉਹ ਇਹ ਆ ਕਿ ਜਦੋਂ 1900 ਪਹਿਲਾਂ ਕੀ ਹੁੰਦਾ ਕਿ ਮਾਸਤਾਰਾ ਸਿੰਘ ਆਜ਼ਾਦ ਪੰਜਾਬ ਦੀ ਗੱਲ ਕਰਦੇ ਆ। ਹੁਣ ਆਜ਼ਾਦ ਪੰਜਾਬ ਦੀ ਜਿਹੜੀ ਗੱਲ ਆ ਉਹ ਕੀ ਹੈ? ਜੇ ਤਾਂ ਤੁਸੀਂ ਇਹਨੂੰ ਲਫ਼ਜ਼ਾਂ ਤੇ ਦੇਖੋ ਤਾਂ ਇਉਂ ਲੱਗਦਾ ਵੀ ਉਹ ਪੰਜਾਬ ਇਕੱਲੇ ਨੂੰ ਆਜ਼ਾਦ ਚਾਹੁੰਦੇ ਸੀ, ਵੀ ਜਿਹੜਾ ਉਸ ਵੇਲੇ ਦਾ ਬ੍ਰਿਟਿਸ਼ ਪੰਜਾਬ ਸੀ ਉਸ ਦੀ ਉਹ ਆਜ਼ਾਦੀ ਚਾਹੁੰਦੇ ਸੀ। ਇਹ ਗੱਲ ਐਕਚੁਅਲੀ ਇਦਾਂ ਨਹੀਂ ਸੀ। ਉਹਨਾਂ ਦੀ ਜਿਹੜੀ ਆਜ਼ਾਦ ਪੰਜਾਬ ਦਾ ਪਲਾਨ ਸੀ ਉਹਦੇ ਵਿੱਚ ਇਹ ਸੀਗਾ ਕਿ ਜਿਹੜੇ ਜਿਹੜੇ ਮੁਲਤਾਨ ਤੇ ਰਾਵਲਪਿੰਡੀ ਡਿਵੀਜ਼ਨ ਪੰਜਾਬ ਦੀ, ਵੀ ਇਸ ਨੂੰ ਪੰਜਾਬ ਤੋਂ ਅਲੱਗ ਕੀਤਾ ਜਾਵੇ ਤਾਂ ਕਿ ਇਹਨੂੰ ਅਲੱਗ ਕਰਕੇ ਜਿਹੜਾ ਬਾਕੀ ਪੰਜਾਬ ਆ, ਜਿਹਦੇ ਵਿੱਚ ਹੁਣ ਵਾਲਾ ਹਰਿਆਣਾ ਵੀ ਸ਼ਾਮਲ ਸੀ, ਤੇ ਬਾਹਰ ਦੇ ਇਲਾਕੇ ਸੀ, ਚਨਾਬ ਤੱਕ ਉਹ ਸਾਰਾ ਏਰੀਆ ਸੀ, ਵੀ ਇਹ ਇੱਕ ਸੂਬਾ ਅੱਡ ਬਣ ਜੇ, ਪਰ ਰਹੇ ਇਹ ਹਿੰਦੁਸਤਾਨ ਦੇ ਵਿੱਚ ਹੀ। ਉਹ ਇੱਕ ਤਰ੍ਹਾਂ ਦਾ ਮੁਸਲਮਾਨਾਂ ਨੂੰ ਪੰਜਾਬ ਦੇ ਵਿੱਚ ਮਾਈਨੋਰਿਟੀ ਬਣਾਉਣ ਦੀ ਪਲਾਨ ਸੀਗੀ, ਤੇ ਹਿੰਦੂ ਤੇ ਸਿੱਖ ਦੀ ਉਹਦੇ 'ਚ ਜ਼ਿਆਦਾ ਇਫੈਕਟਿਵ ਸਰਦਾਰੀ ਲੈਣ ਦੀ ਪਲਾਨ ਸੀ। ਉਹ ਕੋਈ ਪੰਜਾਬ ਦੇ ਇੱਕ ਰੱਖਣ ਦੀ ਪਲਾਨ ਨਹੀਂ ਸੀ। ਜਦੋਂ ਤੁਸੀਂ ਆਪ ਹੀ ਵੰਡ ਮੰਗ ਰਹੇ ਹੋ ਕਿ ਜਿਹੜੀ ਹੈ ਰਾਵਲਪਿੰਡੀ ਤੇ ਜਿਹੜੇ ਹੈਗੇ ਆ ਮੁਲਤਾਨ ਇਹ ਵੱਖ ਕੀਤੇ ਜਾਣ, ਤਾਂ ਤੁਸੀਂ ਪੰਜਾਬ ਦੀ ਇੱਕ ਦੀ ਤਾਂ ਗੱਲ ਹੀ ਨਾ ਫਿਰ ਹੋਈ। ਨੰਬਰ 1, ਜੇ ਤੁਸੀਂ ਉਹ ਮੈਪ ਦਿਖਾਓ ਨਾ, ਤੁਸੀਂ ਜਿਹੜੇ ਮੈਂ ਤੁਹਾਨੂੰ ਦੋਨੋਂ ਭੇਜੇ ਸੀਗੇ, ਹਾਂਜੀ, ਤਾਂ ਉਹ ਥੋੜਾ ਜਿਹਾ ਆਪਣੇ ਸੁਣਨ ਵਾਲਿਆਂ ਨੂੰ ਸਹੂਲਤ ਹੋਏਗੀ ਸਮਝਣ 'ਚ ਜਿਹੜੀ ਗੱਲ ਮੈਂ ਕਹਿ ਰਿਹਾ। ਤੁਹਾਡੇ ਸਾਹਮਣੇ ਸ਼ੇਅਰ ਸਕਰੀਨ ਹੋਵੇਗੀ ਜੀ। ਮੈਂ ਮੈਪ, ਸਰ ਇਹ ਵਾਲਾ ਮੈਪ ਦਿਖਾਉਣਾ ਚਾਹੁੰਦੇ ਤੁਸੀਂ? ਨਹੀਂ, ਦੂਸਰਾ। ਚਲੋ ਇਹ ਵੀ ਚਲੋ ਇਹੀ ਰਹਿਣ ਦਿਓ, ਤੁਸੀਂ ਇਹ ਰਹਿਣ ਦਿਓ। ਇਹ ਜਿਹੜਾ ਮੈਪ ਆ ਨਾ ਜੀ, ਇਹ ਸ਼ੋਅ ਕਰਦਾ ਵੀ ਜਿਹੜਾ ਗ੍ਰੀਨ ਏਰੀਆ, ਡਾਰਕ ਗ੍ਰੀਨ ਆ, ਜਿਹਦੇ 'ਚ ਲਿਖਿਆ ਨਾ 1 ਲਿਖਿਆ, ਇਹ ਮੈਜੋਰਿਟੀ ਏਰੀਆ ਜਿਹੜਾ ਮੁਸਲਿਮ ਮੈਜੋਰਿਟੀ ਇੱਥੇ ਬਹੁਤ ਜ਼ਿਆਦਾ ਸੀ। ਇੱਥੇ 80% ਤੋਂ ਉੱਤੇ ਮੁਸਲਿਮ ਸੀਗੇ, ਤੇ ਇਹ ਏਰੀਆ ਜਿਹੜਾ ਨਾ ਇਹ ਮੁਲਤਾਨ ਤੇ ਰਾਵਲਪਿੰਡੀ ਜਿਹੜੀਆਂ ਡਿਵੀਜ਼ਨਾਂ ਨੂੰ ਰਿਪਰੈਜ਼ੈਂਟ ਕਰਦਾ। ਸੋ ਆਜ਼ਾਦ ਪਲਾਨ ਦੀ ਜਿਹੜੀ ਆਜ਼ਾਦ ਪੰਜਾਬ ਦੀ ਜਿਹੜੀ ਪਲਾਨ ਸੀ ਉਹ ਬੇਸਿਕਲੀ ਇਹਨਾਂ ਇਲਾਕਿਆਂ ਨੂੰ ਪੰਜਾਬ ਤੋਂ ਅੱਡ ਕਰਨ ਦੀ ਪਲਾਨ ਸੀ, ਔਰ ਇਹ ਕੋਈ ਇੰਡੀਪੈਂਡੈਂਟ ਪੰਜਾਬ ਦੀ ਗੱਲ ਨਹੀਂ ਸੀਗੀ ਜਿੱਦਾਂ ਨਾਂ ਹੈਗਾ। ਇਹ ਵਿਦਨ ਹਿੰਦੁਸਤਾਨ ਇਹ ਇੱਕ ਸੂਬਾ ਰਹਿਣਾ ਸੀ ਜਿਹਦੇ ਵਿੱਚ ਮੁਸਲਿਮ ਮਾਈਨੋਰਿਟੀ 'ਚ ਬਣਦੇ ਸੀ ਤੇ ਸਿੱਖ ਤੇ ਹਿੰਦੂ ਨੇ ਜਿਹੜੇ ਉਹ ਮੈਜੋਰਿਟੀ 'ਚ ਬਣਦੇ ਸੀ, ਬਲਕਿ ਹਿੰਦੂ ਮੈਜੋਰਿਟੀ 'ਚ ਬਣਦੇ ਸੀ। ਸੋ ਇਹ ਪਲਾਨ ਸੀ। ਸੋ ਇੱਕ ਤਾਂ ਇਹ ਹੈ। ਸੋ ਜਿਹੜੀ ਇਹ ਗੱਲ ਆ ਵੀ ਸਿੱਖ ਨੇ ਜਿਹੜੇ ਉਹ ਪੰਜਾਬ ਦੇ ਵੰਡ ਦੇ ਖਿਲਾਫ ਸੀਗੇ, ਤੇ ਮੈਨੂੰ ਇਹਦੇ 'ਚ ਬਹੁਤਾ ਤੰਤ ਨਹੀਂ ਨਜ਼ਰ ਆਉਂਦਾ। ਨੰਬਰ 1। ਨੰਬਰ 2, ਜਦੋਂ ਤੁਸੀਂ ਦੂਸਰੀ ਗੱਲ ਉਹਦੇ 'ਚ ਆ
ਕਿ ਜਦੋਂ ਤੁਸੀਂ ਪੰਜਾਬ ਦੀ ਵੰਡ ਦੀ ਗੱਲ ਕਰਦੇ ਆ ਨਾ, ਤਾਂ ਦੂਸਰਾ ਜਿਹੜਾ ਮੈਪ ਆ ਥੋੜਾ ਜਿਹਾ, ਉਹ ਵੀ ਤੁਸੀਂ ਹੁਣੇ ਦਿਖਾ ਦਿਓ, ਮੈਂ ਉਹਦੀ ਵੀ ਗੱਲ ਨਾਲ ਹੀ ਕਰ ਲਵਾਂ। ਇਹ ਜਿਹੜਾ ਮੈਪ ਆ, ਇਹ ਬ੍ਰਿਟਿਸ਼ ਪੰਜਾਬ ਦਾ, ਔਰ ਇਹਦੇ ਵਿੱਚ ਇਹ 1891 ਦੀ ਜਦੋਂ ਉਹਨਾਂ ਨੇ ਲੈਂਗੁਏਜ ਦਾ ਸਰਵੇ ਕੀਤਾ ਨਾ ਪੰਜਾਬ ਦਾ, ਉਹ ਮੈਪ, ਔਰ ਇਹਦੇ 'ਚ ਪਿਸ਼ਾਵਰ ਦਾ ਇਲਾਕਾ ਵੀ ਸ਼ਾਮਲ ਆ। ਲੇਕਿਨ ਇਹਦੇ 'ਚ ਜਿਹੜੀ ਮੈਂ ਚੀਜ਼ ਦਿਖਾਉਣਾ ਚਾਹੁੰਦਾ, ਉਹਦੇ 'ਚ ਜਿਹੜਾ ਤੁਸੀਂ ਰਾਈਟ ਹੈਂਡ ਸਾਈਡ ਦੇ ਉੱਤੇ ਪੀਲੇ ਰੰਗ ਦਾ ਇਲਾਕਾ ਆ ਜਿਹੜਾ, ਇਹਦੀ ਬੋਲੀ ਉਹਨਾਂ ਨੇ ਹਿੰਦੀ ਦਿਖਾਈ ਹੈ, ਹਿੰਦੁਸਤਾਨੀ ਹਿੰਦੀ ਖੜੀ ਬੋਲੀ, ਇਹ ਹਿੰਦੀ ਆ। ਇਹ ਇਲਾਕਾ ਉਹ ਆ ਜਿਹੜਾ ਅੱਜ ਦਾ ਹਰਿਆਣਾ ਬੇਸਿਕਲੀ। ਸੋ ਇਸ ਇਲਾਕੇ ਨੂੰ, ਔਰ ਇਹ ਇਲਾਕਾ ਜਿਹੜਾ ਨਾ ਉਸ ਵੇਲੇ ਅੰਬਾਲਾ ਜਿਹੜੀ ਡਿਵੀਜ਼ਨ ਸੀ ਪੰਜਾਬ ਦੀ, ਇਹ ਉਹਦਾ ਪਾਰਟ ਸੀਗਾ। ਤੇ 1940-45 ਦੇ ਕਰੀਬ ਜਦੋਂ ਕਿ ਸ਼ਿਮਲਾ ਕਾਨਫਰੰਸ ਹੁੰਦੀ ਆ, ਉਸ ਵੇਲੇ ਯਾਨੀ ਕੌਬਟ ਜਿਹੜਾ ਸੀਗਾ ਨਾ ਆਪਣੇ ਜੈਫਰੀ, ਪੰਜਾਬ ਦਾ ਇੱਕ ਬਹੁਤ ਸੀਨੀਅਰ ਅਫੀਸਰ ਸੀ, ਉਹਨੇ ਇੱਕ ਪ੍ਰਪੋਜ਼ਲ ਦਿੱਤੀ ਸੀ ਕਿ ਇਸ ਇਲਾਕੇ ਨੂੰ, ਜਿਹੜਾ ਕਿ ਇੱਕ ਹਿੰਦੀ ਸਪੀਕਿੰਗ ਇਲਾਕਾ, ਜਿਹੜਾ ਕਿ 1858 ਵਿੱਚ ਪੰਜਾਬ ਦੇ ਵਿੱਚ ਯੂਪੀ, ਜਿਹੜੀ ਹੁਣ ਵਾਲੀ ਯੂਪੀ ਆ, ਉਸ ਵੇਲੇ ਦਿੱਲੀ ਇਲਾਕਾ ਸੀ, ਇਹਦੇ ਚੋਂ ਕੱਟ ਕੇ ਪੰਜਾਬ ਨਾਲ ਜੋੜਿਆ ਗਿਆ ਸੀਗਾ। ਔਰ ਇਹ ਜੋੜਿਆ ਵੀ ਇਸ ਕਰਕੇ ਗਿਆ ਸੀ ਵੀ ਤਾਂ ਕਿ ਕਿਉਂਕਿ ਗਦਰ ਸੀ ਜਿਹੜਾ 1857 ਦਾ, ਉਹ ਇਸ ਇਲਾਕੇ 'ਚ ਹੋਇਆ ਸੀ ਜ਼ਿਆਦਾ, ਮੇਰਠ ਤੇ ਦਿੱਲੀ ਦੇ ਇਰਦ ਗਿਰਦ। ਇਹਨਾਂ ਲੋਕਾਂ ਨੂੰ ਕਮਜ਼ੋਰ ਕਰਨਾ ਸੀ ਤੇ ਅੰਗਰੇਜ਼ਾਂ ਨੇ ਇਹਨਾਂ ਨੂੰ ਸਜ਼ਾ ਦੇਣ ਲਈ ਇਹਨਾਂ ਨੂੰ ਡਿਵਾਈਡ ਕਰਕੇ ਅੱਧਾ ਅਵਧ ਦੇ ਨਾਲ ਲਾਤਾ ਸੀ, ਤੇ ਇਹ ਜਮਨਾ ਤੋਂ ਵੈਸਟ ਸਾਈਡ ਦਾ ਇਲਾਕਾ ਜਿਹੜਾ, ਇਹ ਪੰਜਾਬ ਦੇ ਨਾਲ ਲਾਤਾ ਸੀ। ਸੋ ਉਹਨੇ ਪ੍ਰਪੋਜ਼ਲ ਦਿੱਤੀ ਸੀ ਕਿ ਕਿਉਂਕਿ ਇਹ ਇਲਾਕਾ ਕਦੇ ਵੀ ਇਹ ਪੰਜਾਬੀ ਬੋਲੀ ਦਾ ਨਹੀਂ, ਇਹ ਪੰਜਾਬੀ ਸੱਭਿਆਚਾਰ ਦਾ ਹਿੱਸਾ ਨਹੀਂ, ਇਹ ਹਿਸਟੋਰੀਕਲੀ ਪੰਜਾਬ ਦਾ ਹਿੱਸਾ ਨਹੀਂ ਰਿਹਾ, ਇਸ ਨੂੰ ਤੁਸੀਂ ਪੰਜਾਬ ਤੋਂ ਵੱਖਰਾ ਕੀਤਾ ਜਾਵੇ। ਔਰ ਇਸ ਬਾਰੇ ਮਹਾਤਮਾ ਗਾਂਧੀ ਨੇ ਜਾਂ ਐਮ ਕੇ ਗਾਂਧੀ ਨੇ ਕਾਫੀ ਇੰਟਰਸਟ ਸ਼ੋ ਕੀਤਾ ਸੀਗਾ ਇਸ ਪ੍ਰਪੋਜ਼ਲ 'ਚ। ਲੇਕਿਨ ਅਕਾਲੀ ਦਲ ਨੇ ਇਸ ਪ੍ਰਪੋਜ਼ਲ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਸੀ ਕਿ ਨਹੀਂ, ਇਹ ਇਲਾਕਾ ਪੰਜਾਬ ਦੇ ਨਾਲ ਹੀ ਰਹਿਣਾ ਚਾਹੀਦਾ। ਉਹਦਾ ਕਾਰਨ ਇਹ ਸੀਗਾ ਕਿ ਇਹਦੇ ਨਾਲ ਵੀ ਜੇ ਵੱਖ ਹੁੰਦਾ ਤਾਂ ਹਿੰਦੂ ਜਿਹੜੀ ਪ੍ਰਪੋਰਸ਼ਨ ਆ ਉਹ ਘਟ ਜਾਂਦੀ ਆ, ਤੇ ਮੁਸਲਿਮ ਪ੍ਰਪੋਰਸ਼ਨ ਆ ਉਹ ਵੱਧ ਜਾਂਦੀ ਆ, ਤੇ ਅਸੀਂ ਹਿੰਦੂਆਂ ਦੇ ਨਾਲ ਜ਼ਿਆਦਾ ਸੇਫ ਹਾਂ, ਤੇ ਇਹ ਸਾਡੇ ਨਾਲ ਰਹਿਣਾ ਚਾਹੀਦਾ। ਹਾਲਾਂਕਿ ਇੰਟਰਸਟਿੰਗਲੀ ਜੇ ਇਹ ਇਲਾਕਾ ਉਸ ਵੇਲੇ ਵੱਖਰਾ ਹੋ ਜਾਂਦਾ ਤਾਂ ਸਿੱਖਾਂ ਦੀ ਜਿਹੜੀ ਆਬਾਦੀ ਉਸ ਵੇਲੇ 15% ਸੀਗੀ ਇਹ ਸਾਰੇ ਪੰਜਾਬ 'ਚ, ਰਿਆਸਤਾਂ ਤੇ ਬ੍ਰਿਟਿਸ਼ ਪੰਜਾਬ ਰਲਾ ਕੇ, ਤੇ ਉਹ 15 ਤੋਂ ਵੱਧ ਕੇ ਉਹ 28-30% ਦੇ ਕਰੀਬ ਉਹ ਹੋ ਜਾਣੀ ਸੀ, ਉਹਨਾਂ ਦਾ ਪ੍ਰਪੋਰਸ਼ਨ ਵੱਧ ਜਾਣਾ ਸੀ। ਪਰ ਫਿਰ ਵੀ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ। ਔਰ ਦੂਸਰੀ ਇੰਟਰਸਟਿੰਗ ਗੱਲ ਇਹ ਹੁੰਦੀ ਹੈ ਕਿ 1947 ਤੋਂ ਬਾਅਦ ਅਕਾਲੀ ਦਲ ਨੇ ਇਸੇ ਇਲਾਕੇ ਨੂੰ ਪੰਜਾਬ ਤੋਂ ਵੱਖਰਾ ਕਰਾਉਣ ਲਈ ਫਿਰ ਮੋਰਚੇ ਲਾਏ ਨੇ ਪੰਜਾਬੀ ਸੂਬੇ ਲਈ, ਵੀ ਇਸ ਇਲਾਕੇ ਨੂੰ ਵੱਖਰਾ ਕਰੋ। ਸੋ ਕਾਰਨ ਮੈਂ ਜਿਹੜੀ ਗੱਲ ਕਹਿਣ ਲੱਗਾ ਉਹ ਇਹ ਹੈ ਕਿ ਅਕਾਲੀ ਦਲ ਨੇ ਨਾ ਤਾਂ ਕੋਈ ਦੂਰ ਅੰਦੇਸ਼ੀ ਦੀ ਕੋਈ ਬਹੁਤੀ ਪੋਲਿਟਿਕਸ ਖੇਡੀ, ਤੇ ਨਾ ਕੋਈ ਵਿਜ਼ਨ ਡਿਵੈਲਪ ਕੀਤਾ। ਤੇ ਜੋ ਗੱਲ, ਕਿਉਂਕਿ ਕਾਂਗਰਸ ਦੇ ਬਹੁਤ ਨੇੜਲੇ ਸੰਬੰਧ ਸੀ ਅਕਾਲੀ ਦਲ ਦੇ, ਬਲਕਿ ਜਿਹੜੀ ਗੱਲ ਤੁਹਾਨੂੰ ਇਹ ਹੋਏਗੀ ਕਿ ਅਕਾਲੀ ਦਲ ਦੀ ਜਿਹੜੀ ਐਜ਼ ਏ ਪਾਰਟੀ ਦੀ ਮੈਂਬਰਸ਼ਿਪ ਉਹ ਕਾਂਗਰਸੀਆਂ ਲਈ ਖੁੱਲੀ ਸੀ, ਤੇ ਅਕਾਲੀ ਦਲ ਦੇ ਜਿਹੜੇ ਮੈਂਬਰ ਸੀ ਉਹ ਕਾਂਗਰਸ ਪਾਰਟੀ ਦੇ ਵੀ ਮੈਂਬਰ ਸੀ। ਸੋ ਪ੍ਰੈਕਟੀਕਲੀ ਇਹ ਕਾਂਗਰਸ ਪਾਰਟੀ ਦਾ ਇੱਕ ਹਿੱਸਾ ਸੀ। ਸੋ ਜਿਹੜੀ ਸਿਆਸਤ ਅਕਾਲੀ ਦਲ ਨੇ ਖੇਡੀ 1947 'ਚ, ਉਹ ਐਸੈਂਸ਼ਲੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਸੀਗੀ। ਜਿਹੜੀ ਗੱਲ ਇਹ ਕਹੀ ਜਾਂਦੀ ਹੈ ਨਾ ਵੀ ਅਕਾਲੀਆਂ ਨੂੰ ਤਾਂ ਸਾਨੂੰ ਤਾਂ ਆਫਰ ਨਹੀਂ ਕੀਤਾ ਗਿਆ, ਅੰਗਰੇਜ਼ ਨੇ ਸਾਨੂੰ ਕੁਝ ਆਫਰ ਨਹੀਂ ਕੀਤੀ ਸਿੱਖ ਰਾਜ ਦੀ, ਜਾਂ ਸਾਨੂੰ ਕੋਈ ਆਪਸ਼ਨ ਹੀ ਨਹੀਂ ਸੀ, ਇਸ ਕਰਕੇ ਅਸੀਂ ਉੱਧਰ ਚੱਲ ਗਏ। ਉਹ ਹੈਰਾਨੀ ਦੀ ਗੱਲ ਉਹਦੇ 'ਚ ਇਹ ਆ, ਔਰ ਬੇਸਮਝੀ ਮੈਨੂੰ ਤਾਂ ਗੱਲ ਲੱਗਦੀ ਹੈ ਇਹ ਕਿ ਕੋਈ ਕਿਸੇ ਨੂੰ ਰਾਜ ਆਫਰ ਕਰਦਾ ਹੁੰਦਾ ਕਦੇ ਕੋਈ? ਮੁਸਲਿਮ ਲੀਗ ਨੂੰ ਅੰਗਰੇਜ਼ਾਂ ਨੇ ਆਫਰ ਕੀਤਾ ਸੀ ਕਿ ਅਸੀਂ ਤੁਹਾਨੂੰ ਪਾਕਿਸਤਾਨ ਦਿੰਦੇ ਹਾਂ, ਜਾਂ ਕਾਂਗਰਸ ਨੂੰ ਉਹਨਾਂ ਨੇ ਕੋਈ ਆਫਰ ਕੀਤਾ ਸੀ ਕਿ ਅਸੀਂ ਤੁਹਾਨੂੰ ਹਿੰਦੁਸਤਾਨ ਦਾ ਰਾਜ ਦਿੰਦੇ ਹਾਂ? ਇਹ ਤਾਂ ਲਿਆ ਜਾਂਦਾ ਹੁੰਦਾ, ਆਫਰ ਥੋੜ੍ਹਾ ਹੀ ਕਰਦਾ। ਇਹ ਤਾਂ ਸਾਡੇ ਗੁਰੂ ਕਹਿ ਗਏ ਨੇ ਕਿ ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਸੋ ਨਿਜ ਬਲ ਸਿਲਾ ਹੈ।
ਸੋ ਅਕਾਲੀ ਦਲ ਨੇ ਕਦੇ ਵੀ ਆਪਣੇ ਰਾਜ ਦੀ, ਆਪਣੀ ਇੰਡੀਪੈਂਡੈਂਟ ਮੁਲਕ ਦੀ ਗੱਲ ਕੀਤੀ ਨਹੀਂ। ਜੇ ਕਿਤੇ ਤੁਹਾਨੂੰ ਮਾੜਾ ਮੋਟਾ ਕਿਤੇ ਜ਼ਿਕਰ ਮਿਲਦਾ ਤਾਂ ਉਹ ਇੱਕ ਲਿਪ ਸਿੰਪਥੀ, ਜਿਵੇਂ ਆਪਾਂ ਕਹਿੰਦੇ ਆ ਨਾ, ਉਸ ਤੋਂ ਵੱਧ ਕੁਛ ਨਹੀਂ ਹੈ, ਉਹਦੇ 'ਚ ਕੋਈ ਸੀਰੀਅਸ ਨਹੀਂ ਹੈ। ਬਾਕੀ ਰਹੀ ਗੱਲ ਵੀ ਤੁਸੀਂ ਵੀ ਪੰਜਾਬ ਦੇ ਏਕੇ ਦੀ ਗੱਲ ਕਰਦੇ ਸੀ, ਵੰਡ ਦੇ ਖਿਲਾਫ ਸੀ। ਤੁਸੀਂ ਜਦੋਂ 1947 'ਚ ਜਦੋਂ ਪੰਜਾਬ ਦੀ ਪਹਿਲਾਂ ਨੋਸ਼ਨਲ ਵੰਡ ਹੋਈ ਆ, ਈਸਟ ਤੇ ਵੈਸਟ ਦੀ ਹੋਈ ਆ, ਉਹਦੇ 'ਚ ਅਸੈਂਬਲੀ ਦੇ ਵਿੱਚ ਜਦੋਂ ਵੋਟਾਂ ਪਈਆਂ ਨੇ, ਈਸਟ ਪੰਜਾਬ ਦੀ ਜਿਹੜੀ ਅਸੈਂਬਲੀ ਬਣੀ ਆ, ਉਹਦੇ 'ਚ ਜਿਹੜੇ ਉਸ ਵੇਲੇ ਦੇ MLA ਸੀਗੇ, ਉਹਦੇ ਵਿੱਚ ਜਿਹੜੀਆਂ ਵੋਟਾਂ ਦਾ ਪੈਟਰਨ ਤੁਸੀਂ ਚੁੱਕ ਕੇ ਦੇਖ ਲਓ, ਉਹ ਸਾਰੇ ਸਿੱਖ ਤੇ ਹਿੰਦੂ ਜਿਹੜੇ ਮੈਂਬਰ ਸੀਗੇ, ਉਹਨਾਂ ਨੇ ਵੰਡ ਦੇ ਹੱਕ ਵਿੱਚ ਵੋਟ ਪਾਈ। ਤੇ ਜਿਹੜੇ ਮੁਸਲਿਮ ਮੈਂਬਰ ਸੀਗੇ ਉਸ ਵੇਲੇ, ਚਾਹੇ ਉਹ ਵੈਸਟ ਪੰਜਾਬ ਦੀ ਨੈਸ਼ਨਲ ਅਸੈਂਬਲੀ ਸੀ, ਚਾਹੇ ਉਹ ਈਸਟ ਦੀ, ਉਹਨਾਂ ਨੇ ਵੰਡ ਦੇ ਖਿਲਾਫ ਵੋਟ ਪਾਈ ਹੈ। ਪਰ ਹਿੰਦੂ ਸਿੱਖ ਜਿਹੜੇ ਮੈਂਬਰ ਸੀ, ਉਹਨਾਂ ਨੇ ਸਾਰਿਆਂ ਨੇ ਉਸ ਵੰਡ ਦੇ ਹੱਕ 'ਚ ਵੋਟ ਪਾਈ ਹੈ। ਸੋ ਇਹ ਸਾਰਾ ਕੁਝ ਰਿਕਾਰਡ ਤੇ ਆ। ਮੈਂ ਸਮਝ ਇਹ ਕਹਿਣਾ ਕਿ ਅਸੀਂ ਤਾਂ ਵੰਡ ਦੇ ਖਿਲਾਫ ਸੀ, ਜੇ ਵੰਡ ਦੇ ਖਿਲਾਫ ਸੀ ਤੇ ਫਿਰ ਵੰਡ ਦੇ ਹੱਕ 'ਚ ਵੋਟ ਕਿਉਂ ਪਾਈ? ਬੜੀ ਗੱਲਾਂ ਨੇ ਸਾਰੀਆਂ ਤਰਸਦੀ ਹੈ। ਤੇ ਸਰ, ਇਹ ਜਿਹੜੇ ਤੁਸੀਂ ਹੋਰ ਮੈਪ ਦੇ ਵਿੱਚ ਨੰਬਰ ਨੇ 2, 3, 4, 5, ਇਹ ਵੀ ਦੱਸਣਾ ਚਾਹੋਗੇ ਕੀ ਨੇ? ਤੁਸੀਂ ਇੱਕ ਨੰਬਰ ਕੀਤਾ ਪਹਿਲਾਂ ਵੀ ਇਹ ਮੈਜੋਰਿਟੀ ਮੁਸਲਿਮ ਇਲਾਕਾ ਸੀ, 2, 3 ਤੇ ਇਹ ਜਿਹੜਾ ਮੈਪ ਆ ਨਾ, ਇਹ ਸ਼ੋ ਕਰਦਾ ਜਿਹੜਾ ਜਿੱਥੇ ਨੰਬਰ 1 ਹੈ, ਇਹ ਸਾਰੇ ਦਾ ਸਾਰਾ ਕਹਿ ਲਓ ਵੀ ਓਵਰਵੈਲਮਿੰਗਲੀ ਬਹੁਤ ਜ਼ਿਆਦਾ ਗਿਣਤੀ ਹੈ ਜਿਹੜੀ ਉਹ ਮੁਸਲਿਮ ਇਲਾਕਾ। ਜਿਹੜਾ ਨੰਬਰ 2 ਆ, ਇਹ ਵੀ ਮੁਸਲਿਮ ਮੈਜੋਰਿਟੀ ਇਲਾਕਾ, ਲੇਕਿਨ ਇਹਦੇ ਵਿੱਚ ਤੁਸੀਂ ਦੇਖਦੇ ਹੋ ਸਿੱਖਾਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਇਹਦੇ 'ਚ। ਤੇ ਜਿਹੜੀਆਂ 12 ਦਾ ਇਲਾਕਾ ਸੀ, ਲਾਇਲਪੁਰ ਦੀ ਵਾਰ ਸੀ, ਮਿੰਟ ਗੁਮਰੀ ਦੀ ਵਾਰ ਸੀ, ਉਹ ਸਾਰਾ ਕੁਛ ਇਸ ਇਲਾਕੇ ਦੇ ਵਿੱਚ ਪੈਂਦਾ ਸੀ। ਸਿਆਲਕੋਟ, ਗੁਜਰਾਂਵਾਲਾ, ਇਹ ਸਾਰਾ ਸ਼ੱਕਰਗੜ੍ਹ, ਲਾਹੌਰ, ਉਹ ਸਾਰਾ ਇਹਦੇ ਵਿੱਚ ਸੀ। ਤੇ ਜਿਹੜਾ ਨੰਬਰ 3 ਤੁਸੀਂ ਦੇਖਦੇ ਹੋ, ਇਹ ਇੱਕ ਤਰ੍ਹਾਂ ਦਾ ਜਿਹਨੂੰ ਆਪਾਂ ਸਿੱਖ ਹੋਮਲੈਂਡ ਕਹਿੰਦੇ ਆ, ਜਿੱਥੇ ਸਿੱਖਾਂ ਦੀ ਕਹਿ ਲਓ ਵੀ ਕਾਫੀ ਜ਼ਿਆਦਾ ਗਿਣਤੀ ਸੀ, ਸਿੰਗਲ ਲਾਰਜੈਸਟ ਕਮਿਊਨਿਟੀ ਸੀਗੇ ਸਿੱਖ ਇਸ ਏਰੀਆ ਦੇ ਵਿੱਚ। ਉਹ ਨੰਬਰ 3 ਨੂੰ ਰਿਪਰੈਜ਼ੈਂਟ ਕਰਦਾ। ਤੇ ਨੰਬਰ 4 ਆ ਜਿਹੜਾ ਅੱਜ ਪ੍ਰੈਜ਼ੈਂਟ ਡੇ ਲਾਰਜਲੀ ਹਰਿਆਣਾ ਜਿਹਨੂੰ ਆਪਾਂ ਕਹਿੰਦੇ ਆ, ਇਹ ਉਹ ਆ, ਇਹਦੇ ਵਿੱਚ ਹਿੰਦੂ ਮੈਜੋਰਿਟੀ ਆ ਜਿਹੜੀ ਉਹ ਜ਼ਿਆਦਾ ਸੀ। ਦੂਸਰੇ ਨੰਬਰ ਤੇ ਜਿਹੜੀ ਮੁਸਲਿਮ ਪਾਪੂਲੇਸ਼ਨ ਸੀ, ਉਹ 28% ਦੇ ਕਰੀਬ, 30% ਦੇ ਕਰੀਬ ਸੀਗੇ ਇਸ ਏਰੀਆ ਦੇ ਵਿੱਚ। ਤੇ ਨੰਬਰ 5 ਜਿਹੜਾ ਨੰਬਰ 5 ਹੈ, ਇਹ ਪ੍ਰੈਕਟੀਕਲੀ ਅੱਜ ਦਾ ਹਿਮਾਚਲ ਆ, ਜਿਹਦੇ ਵਿੱਚ ਹਿੰਦੂ ਮੈਜੋਰਿਟੀ ਹੈ ਜਿਹੜੀ ਉਹ ਹੋਰ ਵੀ ਜ਼ਿਆਦਾ ਸੀ। ਸੋ ਇਹ ਜੇ ਤੁਸੀਂ ਮੈਪ ਦੇਖਦੇ ਹੋ, ਇਹ 5 ਨੇ, ਇਹਦੇ ਵਿੱਚੋਂ ਜਿਹੜੇ 2 ਇਲਾਕੇ ਨੇ, 1 ਤੇ 2 ਉਹ ਮੁਸਲਿਮ ਮੈਜੋਰਿਟੀ ਹੈ, ਤੇ 2 ਇਲਾਕੇ ਨੇ ਜਿਹੜੇ 4 ਤੇ 5 ਉਹ ਹਿੰਦੂ ਮੈਜੋਰਿਟੀ ਆ। ਤੇ ਜਿਹੜਾ ਨੰਬਰ 3 ਆ, ਇਹਦੇ ਵਿੱਚ ਜਿਹੜੇ ਸਿੱਖ ਨੇ ਉਹ ਸਿੰਗਲ ਲਾਰਜੈਸਟ ਕਮਿਊਨਿਟੀ ਆ। ਸੋ ਕੁੱਲ ਮਿਲਾ ਕੇ ਇਹ ਸਿੱਖਾਂ ਦੀ ਡਿਵੀਜ਼ਨ ਹੋਈ। ਫਿਰ 3 ਤੇ 2 ਜਿਹੜਾ ਇਹ ਵਾਲਾ ਲਾਹੌਰ ਵਾਲਾ ਪਾਰਟ ਜਿਹੜਾ ਥੋੜਾ ਜਿਹਾ ਪ੍ਰੋਜੈਕਟਡ ਬਾਹਰ ਹੈ, ਮੈਨੂੰ ਲੱਗਦਾ ਲਾਹੌਰ ਹੀ ਹੈ। ਨਹੀਂ, ਇਹ ਅੰਮ੍ਰਿਤਸਰ ਆ। ਹਾਂ, ਇਹਦੇ ਵਿੱਚ ਇਹ ਆ, ਬਿਲਕੁਲ ਠੀਕ ਹੈ ਗੱਲ ਤੁਹਾਡੀ, ਕਿ ਜਿਹੜੀ ਸਿੱਖ, ਜੇ ਨਕਸ਼ਾ ਤੁਸੀਂ ਦੇਖੋ ਨਾ, ਤਾਂ ਇਹ ਨਕਸ਼ਾ ਦੱਸਦਾ ਕਿ ਜਿਹੜਾ ਸੈਂਟਰਲ ਪੰਜਾਬ ਆ, ਜਿਹੜਾ ਮੋਸਟ ਡਿਵੈਲਪ ਏਰੀਆ ਸੀਗਾ, ਜਿੱਥੇ ਬਹੁਤ ਮੋਸਟ ਫਰਟਾਈਲ ਐਗਰੀਕਲਚਰ ਲੈਂਡ ਸੀ, ਵੱਡੇ ਵੱਡੇ ਸ਼ਹਿਰ ਸੀ, ਸੜਕਾਂ, ਸਭ ਡਿਵੈਲਪਮੈਂਟ ਹੋਈ ਸੀਗੀ, ਉਹ ਇਹੀ ਏਰੀਆ ਸੀਗਾ। ਜਿਹੜਾ ਨੰਬਰ 1 ਹੈ, ਇਹ ਵੀ ਬੜਾ ਬੈਕਵਰਡ ਸੀ ਉਸ ਵੇਲੇ, 5 ਵੀ 4 ਵੀ, ਮੋਸਟ ਡਿਵੈਲਪ ਪਾਰਟ ਇਹੀ ਸੀ। ਔਰ ਇਸ ਏਰੀਏ ਦੇ ਵਿੱਚ ਹੀ ਜਿਹੜੀ ਸਿੱਖ ਪਾਪੂਲੇਸ਼ਨ ਕੰਸੈਂਟਰੇਟਡ ਸੀਗੀ। ਔਰ ਜੇ ਯਾਨੀ ਮੁਸਲਿਮ ਲੀਗ ਪੰਜਾਬ ਆਪਣੇ ਪਾਕਿਸਤਾਨ ਦੀ ਗੱਲ ਕਰਦੀ ਆ, ਤੇ ਜੇ ਕਾਂਗਰਸ ਆ ਜਿਹੜੀ ਉਹ ਕਹਿੰਦੀ ਆ ਵੀ ਅਸੀਂ ਹਿੰਦੁਸਤਾਨ ਇੱਕ ਰੱਖਣਾ, ਪਰ ਇਵੈਂਚੁਅਲੀ ਵੰਡ ਦੀ ਸਹਿਮਤ ਹੁੰਦੀ ਆ, ਉਹ ਵੰਡ ਕਰਦੀ ਆ, ਤਾਂ ਸਿੱਖ ਦਾ ਜੇ ਪੰਜਾਬ ਦੇ ਐਂਗਲ ਤੋਂ ਦੇਖੀਏ ਤਾਂ ਪੰਜਾਬ ਦੀ ਵੰਡ ਆ ਜਿਹੜੀ ਬਹੁਤ ਮਾੜੀ ਆ, ਤੇ ਆਰਕ ਬੜੀ ਕੈਟਾਸਟ੍ਰੋਫਿਕ ਹੈ, ਨਹੀਂ ਸੀ ਹੋਣੀ ਚਾਹੀਦੀ। ਪਰ ਮੈਂ ਕਹਿੰਦਾ ਵੀ ਹਾਈਪੋਥੈਟਿਕਲ, ਜੇ ਇੱਕ ਮੂਮੈਂਟ ਦੇ ਲਈ ਜੇ ਅਸੀਂ ਮੰਨ ਲਈਏ ਵੀ ਸਾਰੇ ਅਸੀਂ ਧਰਮ ਦੇ ਆਧਾਰ ਤੇ ਵੰਡ ਦੀ ਗੱਲ ਚੱਲ ਰਹੀ ਹੈ, ਤੇ ਫਿਰ ਇਹ ਕੁਆਇਟ ਲੌਜੀਕਲ ਸੀਗਾ ਕਿ ਸਿੱਖ ਨੇ ਜਿਹੜੇ ਉਹ ਸੈਂਟਰਲ ਪੰਜਾਬ ਦੀ
ਆਪਣੀ ਗੱਲ ਕਰਦੇ। ਪੰਜਾਬ ਦੀ ਵੰਡ ਆ ਜਿਹੜੀ, ਫਿਰ ਉਹ ਈਸਟ ਪੰਜਾਬ ਤੇ ਵੈਸਟ ਪੰਜਾਬ ਦੀ ਥਾਂ ਤੇ ਉਹ ਇਹਦੀ 3 ਹਿੱਸਿਆਂ 'ਚ ਵੰਡ ਦੀ ਗੱਲ ਕਰਦੇ। ਤੇ ਇੱਕ ਵੈਸਟ ਹੁੰਦਾ, ਇੱਕ ਸੈਂਟਰਲ ਹੁੰਦਾ ਤੇ ਇੱਕ ਸਾਊਥ ਈਸਟ ਹੁੰਦਾ। ਸੋ ਇਹ ਬਲੱਡ ਸ਼ੈਡ ਬਚ ਸਕਦਾ ਸੀ ਜੇ 3 ਹਿੱਸੇ ਹੁੰਦੇ 2 ਦੀ ਬਜਾਏ, ਤੁਹਾਡਾ ਇਹ ਮਤਲਬ ਮੰਨਣਾ? ਦੇਖੋ, ਜੇ ਇੱਕ ਰਹਿੰਦਾ, ਪਹਿਲੀ ਗੱਲ ਤਾਂ ਇਹ ਸੀ, ਜੇ ਇੱਕ ਰਹਿੰਦਾ ਤਾਂ ਸ਼ਾਇਦ ਇਹ ਸਾਰਾ ਕੁਝ ਨਾ ਹੁੰਦਾ ਤੇ ਉਹਦੇ ਨਾਲ ਫੈਡਰਲ ਸਟਰਕਚਰ ਚਾਹੇ ਉਹ ਇੱਧਰ ਬਣਨਾ ਸੀ ਚਾਹੇ ਉੱਧਰ ਬਣਨਾ ਸੀ ਹੁੰਦਾ। ਦੂਸਰਾ ਉਹਦੇ 'ਚ ਇਹ ਆ ਵੀ ਜਿਹੜੀ ਡਿਵੀਜ਼ਨ ਆ, ਜਿਸ ਤਰ੍ਹਾਂ ਆਪਾਂ ਦੇਖਦੇ ਆ, ਤੇ ਜਿਹੜੀ ਕਿਲਿੰਗਸ ਨੇ ਜਿਹੜੀਆਂ, ਉਹ ਨਾ ਤਾਂ ਬਾਕੀ ਹਿੰਦੁਸਤਾਨ 'ਚ ਇੰਨੀਆਂ ਨਹੀਂ ਹੋਈਆਂ, ਤੇ ਦੂਸਰਾ ਉਹਦੇ 'ਚ ਇਹ ਹੈ ਕਿ ਬੰਗਾਲ ਵੰਡਿਆ ਗਿਆ, ਬੰਗਾਲ 'ਚ ਵੀ ਕਤਲੇਆਮ ਹੋਈ ਆ, ਪਰ ਬੰਗਾਲ ਦੇ ਵਿੱਚ ਵੀ ਇੰਨੀ ਕਤਲੇਆਮ ਨਹੀਂ ਹੋਈ ਜਿੰਨੀ ਪੰਜਾਬ 'ਚ ਹੋਈ ਆ। ਸਾਨੂੰ ਵੈਸੇ ਪੰਜਾਬੀਆਂ ਨੂੰ ਬੜੀ ਸ਼ਰਮ ਦੀ ਗੱਲ ਆ ਕਿ ਅਸੀਂ ਇੰਨੇ ਬੁੱਚੜ ਬਣ ਗਏ ਸੀ ਉਸ ਵੇਲੇ, ਜ਼ਾਲਮ ਬਣ ਗਏ ਸੀਗੇ ਕਿ ਅਸੀਂ ਕੋਈ ਚੀਜ਼ ਦੇਖੀ ਨਹੀਂ। ਬਹੁਤ ਜ਼ੁਲਮ ਹੋਇਆ, ਬਹੁਤ ਤਸ਼ੱਦਦ ਹੋਇਆ, ਔਰ ਕਿੰਨਾ ਨੁਕਸਾਨ ਹੋਇਆ। ਔਰ ਉਹ ਵੰਡ ਆ ਜਿਹੜੀ, ਉਹ ਅੱਜ ਵੀ ਸਾਡੀ ਤੀਜੀ ਪੀੜ੍ਹੀ ਆ ਗਈ ਹੈ, ਸਾਡੀ ਅੱਜ ਵੀ ਮੈਮਰੀ ਦੇ ਵਿੱਚ ਵਸੀ ਹੋਈ ਆ, ਤੇ ਉਹ ਪਤਾ ਨਹੀਂ ਅਜੇ ਕਿੰਨੀਆਂ ਕਿ ਪੀੜ੍ਹੀਆਂ 'ਚ ਉਹ ਚੀਜ਼ ਰਹਿਣੀ ਆ, ਤੇ ਉਹਨੇ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਉਸ ਚੀਜ਼ ਨੇ ਕਿਹੜਾ ਰੋਲ ਪਲੇ ਕਰਨਾ। ਪਰ ਇਹ ਆ ਵੀ ਜੇ ਸ਼ਾਇਦ ਇਹਦੇ 3 ਦੀ ਗੱਲ ਹੁੰਦੀ ਤਾਂ ਸ਼ਾਇਦ ਜਿਹੜੀ ਉਹ ਇੰਨੀ ਜ਼ਿਆਦਾ ਕੁੜੱਤਣ ਹੋਈ ਉਹ ਸ਼ਾਇਦ ਘੱਟ ਹੁੰਦੀ, ਕਿਉਂਕਿ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਉਹ ਜੇ ਆਪਾਂ ਦੇਖਦੇ ਹਾਂ ਉਹ ਸਿੱਖਾਂ ਤੇ ਮੁਸਲਮਾਨਾਂ 'ਚ ਬਹੁਤ ਜ਼ਿਆਦਾ ਹੋਇਆ। ਹਿੰਦੂ ਇੰਨਾ ਅਗਰੈਸਿਵ ਨਹੀਂ ਸੀ ਪੰਜਾਬ 'ਚ ਉਸ ਵੇਲੇ ਜਿੰਨੇ ਅਗਰੈਸਿਵ ਸਿੱਖ ਤੇ ਮੁਸਲਮਾਨ ਉਸ ਵੇਲੇ ਹੋਏ ਸੀਗੇ, ਤੇ ਸ਼ਾਇਦ ਘੱਟ ਜਾਂਦਾ। ਪਰ ਮੇਰਾ ਖਿਆਲ ਇਹ ਆ ਵੀ ਇਹ ਜੋ ਵੀ ਹੋਇਆ ਉਹ ਅਨਫੋਰਚੂਨੇਟ ਹੋਇਆ। ਪਰ ਜੇ ਕੋਈ ਵੰਡ ਦੀ ਗੱਲ ਹੋਣੀ ਸੀਗੀ ਤਾਂ ਫਿਰ ਇਹ ਇੱਕ ਨਕਸ਼ਾ ਜਿਹੜਾ ਇੱਕ ਸ਼ੋਅ ਕਰਦਾ ਕਿ ਜਿੱਥੇ ਬਾਉਂਡਰੀ ਕੋਈ ਨੈਗੋਸ਼ੀਏਟ ਹੋ ਕੇ ਕੋਈ ਬਣ ਸਕਦੀ ਸੀਗੀ, ਜਿਹਦੇ ਨਾਲ ਜਿਹੜਾ ਟਰਾਂਸਫਰ ਆਫ ਪਾਪੂਲੇਸ਼ਨ ਹੈ ਉਹ ਸ਼ਾਇਦ ਜੇ ਪਹਿਲਾਂ ਐਗਰੀਮੈਂਟ ਹੋਇਆ ਹੁੰਦਾ, ਪਹਿਲਾਂ ਅਨਾਊਂਸ ਹੋਇਆ ਹੁੰਦਾ, ਲੋਕ ਚਲੇ ਜਾਂਦੇ। ਕਿਉਂਕਿ ਇੱਕ ਕਾਰਨ ਨੁਕਸਾਨ ਦਾ ਇਹ ਵੀ ਹੈ ਕਿ ਬਾਉਂਡਰੀ ਹੈ ਜਿਹੜੀ ਉਹ ਅਨਾਊਂਸ ਹੀ ਨਹੀਂ ਕੀਤੀ ਗਈ। ਲੋਕਾਂ 'ਚ ਅਨਸਰਟਨਟੀ ਬਹੁਤ ਹੋਈ, ਲੋਕਾਂ 'ਚ ਗੁੱਸਾ ਵੀ ਸੀਗਾ, ਤੇ ਉਹ ਅਨਸਰਟਨਟੀ ਦੇ ਵਿੱਚ ਕਤਲੇਗਾਰਤ ਬਹੁਤ ਵਧੀ ਤੇ ਜ਼ੁਲਮ ਤੇ ਤਸ਼ੱਦਦ ਆ ਜਿਹੜਾ ਉਹ ਬਹੁਤ ਹੋਇਆ। ਜੇ ਸ਼ਾਇਦ ਇਹ ਗੱਲ ਪ੍ਰੋਸੈਸ ਆ ਜਿਹੜਾ ਪਹਿਲਾਂ ਹੋਇਆ ਹੁੰਦਾ ਵੀ ਆਹ ਸਾਡੀ ਨੈਗੋਸ਼ੀਏਸ਼ਨ ਆ, ਆਹ ਸਾਡੇ ਇਲਾਕੇ ਨੇ, ਆਹ ਸਾਡੀ ਵੰਡ ਆ, ਤੇ ਇਸ ਤਰ੍ਹਾਂ ਹੋਏਗੀ, ਤੇ ਸ਼ਾਇਦ ਉਹ ਚੀਜ਼ ਘੱਟ ਜਾਂਦੀ। ਜਿਹੜਾ ਮੈਨੇਜ ਕੀਤਾ ਗਿਆ ਨਾ ਉਹ ਪ੍ਰੋਪਰ ਨਹੀਂ ਕੀਤਾ ਗਿਆ, ਔਰ ਇਸ ਦੇ ਲਈ ਜਿਸ ਢੰਗ ਨਾਲ ਅੰਗਰੇਜ਼ ਹਿੰਦੁਸਤਾਨ ਨੂੰ ਛੱਡ ਕੇ ਗਏ, ਮੈਂ ਤਾਂ ਕਹਿੰਦਾ ਕਿ ਭੱਜੇ ਨੇ, ਉਹ ਛੱਡ ਕੇ ਨਹੀਂ ਭੱਜੇ ਨੇ। ਔਰ ਇਸ ਗੱਲ ਨੂੰ ਜਿਹੜੀ ਸਟੈਨਲੇ ਵਾਲਪਾਰਟ ਦੀ ਕਿਤਾਬ ਆ ਨਾ, ਸ਼ੇਮਫੁਲ ਫਲਾਈਟ, ਉਹਨੇ ਟਾਈਟਲ ਵੀ ਇਹੀ ਰੱਖਿਆ, ਸ਼ੇਮਫੁਲ ਫਲਾਈਟ। ਉਹਦੇ 'ਚ ਤਾਂ ਜ਼ਿਕਰ ਵੀ ਹੈ ਕਿ ਉਹਨਾਂ ਨੇ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹ ਨਹੀਂ ਸਾਂਭੀ, ਤੇ ਅਲਟੀਮੇਟਲੀ ਲੱਖਾਂ ਲੋਕਾਂ ਦਾ ਜਿਹੜਾ ਕਤਲ ਆ ਇਹਦਾ ਜ਼ਿੰਮੇਵਾਰ ਆ ਜਿਹੜਾ, ਇਹਦੀ ਜ਼ਿੰਮੇਵਾਰੀ ਤਾਂ ਫਿਕਸ ਹੋਏਗੀ ਇੱਕ ਦਿਨ, ਚਾਹੇ ਅਸੀਂ ਡਿਨਾਈ ਕਰਦੇ ਰਹੇ। ਸਾਡੀ ਲੀਡਰਸ਼ਿਪ ਆ ਜਿਹੜੀ ਉਹ ਐਤਕੀ ਪਹਿਲੀ ਦਫਾ ਹਿੰਦੁਸਤਾਨ ਦੇ ਆਪਣੇ ਪ੍ਰਾਈਮ ਮਿਨਿਸਟਰ ਨੇ, ਮੋਦੀ ਨੇ ਜ਼ਿਕਰ ਕੀਤਾ ਕਿ ਇਸ ਕਤਲੇਗਾਰ ਦਾ ਉਹਨੂੰ ਅਕਨੌਲਜ ਕੀਤਾ। ਇਹ ਗੱਲ ਵੱਖਰੀ ਆ ਵੀ ਉਹਨਾਂ ਨੇ 14 ਅਗਸਤ ਕਿਉਂ ਨੋਮੀਨੇਟ ਕੀਤਾ, ਕਿਉਂਕਿ ਕਤਲੇਗਾਰ ਤਾਂ ਜ਼ਿਆਦਾ 17 ਅਗਸਤ ਦੇ ਇਰਦ ਗਿਰਦ ਹੁੰਦੀ ਆ, 16 ਤੇ 17 ਅਗਸਤ ਨੂੰ, ਰਾਦਰ ਦੈਨ ਕਿ ਉਹ 14 ਅਗਸਤ ਨੂੰ। ਪਰ ਐਟਲੀਸਟ ਉਹ ਗੱਲ ਕਹੀ ਗਈ ਆ, ਉਹ ਗੱਲ ਮੰਨੀ ਗਈ ਆ। ਅਜੇ ਤੱਕ ਤਾਂ ਨਹੀਂ ਉਹ ਗੱਲ ਕਿਸੇ ਪਾਰਲੀਮੈਂਟ 'ਚ ਜਾਂ ਕਿਸੇ ਪ੍ਰਾਈਮ ਮਿਨਿਸਟਰ ਨੇ ਐਕਨੌਲਜ ਤੱਕ ਨਹੀਂ ਕੀਤੀ ਜੋ ਜ਼ੁਲਮ ਜਾਂ ਤਸ਼ੱਦਦ ਦੋਨਾਂ ਸਾਈਡ ਤੇ ਹੋਇਆ। ਚਲੋ ਇਹ ਗੱਲ ਐਕਨੌਲਜ ਹੋਈ ਹੈ, ਬਹੁਤ ਵੱਡੀ ਗੱਲ ਹੈ। ਔਰ ਅੱਜ ਦੀ ਜਿਹੜੀ ਮੈਂ ਸਮਝਦਾ ਸਾਰੀ ਵਿਚਾਰ ਦਾ ਇੱਕ ਜਿਹੜਾ ਸਾਰ ਉਹ ਇਹੀ ਨਿਕਲਦਾ ਸੀ ਵੀ ਪੰਜਾਬ ਦਾ ਤੇ ਸਿੱਖਾਂ ਦਾ ਪਰਸਪੈਕਟਿਵ 47 ਨੂੰ ਦੇਖਣ ਦਾ ਹੋਰ ਕਿਉਂ ਸੀ, ਕਿਉਂਕਿ ਜਿਹੜਾ ਤੁਸੀਂ ਨਕਸ਼ਾ ਦੱਸਿਆ ਕਿ ਉਹ ਸਾਰੀ ਗੱਲਬਾਤ ਤੋਂ ਬਾਅਦ ਉਹ ਪੰਜਾਬ ਦੀ ਡਿਵੀਜ਼ਨ ਹੁੰਦੀ ਹੈ, ਉਹ ਸਿੱਖਾਂ ਦੇ ਮੈਜੋਰਿਟੀ ਇਲਾਕੇ ਜਿੱਥੇ ਨੇ ਉਹਦੀ ਡਿਵੀਜ਼ਨ ਹੁੰਦੀ ਹੈ, ਤੇ ਮੈਜੋਰਿਟੀ ਉਹਦਾ ਮਸਲਾ ਜਿਹੜਾ ਉਜਾੜਾ ਹੁੰਦਾ ਆ ਉਹ ਵੀ ਸਿੱਖਾਂ ਦਾ ਹੁੰਦਾ ਤੇ ਮੁਸਲਮਾਨਾਂ ਦਾ ਹੁੰਦਾ, ਜਿਹੜਾ ਆਦਾਨ ਪ੍ਰਦਾਨ ਹੁੰਦਾ।
ਇਹ ਇੱਥੇ ਸਾਰਾ ਮੈਂ ਕੁਝ ਰਾਜਨੀਤਿਕ ਗਲਤੀਆਂ, ਸਿਆਸੀ ਗਲਤੀਆਂ ਕਰਕੇ ਹੋਇਆ, ਜਾਂ ਕਿਸੇ ਇੱਕ ਦੋ ਪਾਰਟੀਆਂ ਜਾਂ ਬੰਦਿਆਂ ਦੀਆਂ ਹਉਮੈ ਜਾਂ ਤਾਕਤ ਦਾ ਨਸ਼ੇ ਨੂੰ ਵਾਧੂ ਕਾਬੂ ਕਰਨ ਕਰਕੇ ਹੋਇਆ, ਜਾਂ ਜਿਹੜੇ ਆਪਾਂ ਕਹਿ ਲਈਏ ਵੀ ਫੈਡਰਲ ਸਟਰਕਚਰ ਨੂੰ ਇਗਨੋਰ ਕੀਤਾ ਗਿਆ। ਜੇ ਅੱਜ ਅਸੀਂ 70 ਸਾਲ ਬਾਅਦ ਪਿੱਛੇ ਮੁੜ ਕੇ ਵੇਖਦੇ ਹਾਂ, ਬਹੁਤ ਸਾਰੇ ਮਸਲੇ, ਸ਼ਾਇਦ ਬਹੁਤ ਸਾਰੇ ਮਸਲੇ ਇਸ ਕਰਕੇ ਨੇ ਕਿ ਸੂਬਿਆਂ ਨੂੰ ਉਹਨਾਂ ਦੇ ਹੱਕ ਜਾਂ ਵੱਧ ਅਧਿਕਾਰ ਨਹੀਂ ਦਿੱਤੇ ਗਏ ਜਿਹੜੇ ਦਿੱਤੇ ਜਾਣੇ ਚਾਹੀਦੇ ਸੀ, ਜਾਂ ਸ਼ਾਇਦ ਉਹਦੇ ਵਿੱਚ ਕੁਝ ਹੋਰ ਵੀ ਕਾਰਨ ਹੋ ਸਕਦੇ ਆ। ਪਰ ਅੱਜ ਦੀ ਜਿਹੜੀ ਇਸ ਵਿਚਾਰ ਦਾ ਮਤਲਬ ਇਹੀ ਸੀ ਵੀ ਆਸਟ੍ਰੇਲੀਅਨ ਅਖਬਾਰਾਂ ਦੇ ਵਿੱਚ ਜਿਹੜਾ ਜ਼ਿਕਰ ਉਹ ਹੈ, ਉਹ ਕਾਫੀ ਹੱਦ ਤੱਕ ਜੋ ਹਾਲਾਤ ਬਿਆਨ ਕੀਤੇ ਜਾ ਰਹੇ ਸਨ ਔਰ ਬਹੁਤ ਡੀਪਲੀ ਐਨਾਲਿਸਿਸ ਸੀਗਾ। ਹਾਂ, ਇਹ ਗੱਲ ਆਪਾਂ ਜਾਂ ਕੋਈ ਵੀ ਰੀਡਰ ਜਿਹੜਾ ਉਹ ਦੇਖ ਸਕਦਾ ਹੈ ਕਿ ਇਹ ਸਾਰੀ ਜਿਹੜੀਆਂ ਖਬਰਾਂ ਸੀ ਉਹ ਆਫ ਕੋਰਸ ਉਹ ਖਾਸ ਤਾਂ ਫਿਰਕੇ ਔਰ ਧਰਮ ਦੇ ਆਧਾਰ ਤੇ ਕੀਤੀਆਂ ਸਨ, ਜਦ ਕਿ ਅਸੀਂ ਇਹ ਵੀ ਮੰਨਦੇ ਹਾਂ ਕਿ ਪੰਜਾਬੀ ਦੇ ਜਾਂ ਪੰਜਾਬ ਦਾ ਵਿੱਚ ਜਿਹੜਾ ਸੱਭਿਆਚਾਰ ਸੀ ਉਹ ਸਾਂਝਾ ਸੱਭਿਆਚਾਰ ਸੀ। ਸ਼ਾਇਦ ਜੇ ਕਿ ਜਨਰਲ ਪੰਜਾਬੀਅਤ ਦੀ ਗੱਲ ਕੀਤੀ ਹੁੰਦੀ, ਇੱਕ ਬਰੋਡਰ ਪਿਕਚਰ ਲੈ ਕੇ, ਤੇ ਇਹ ਨਾ ਕਤਲੋ-ਗਾਰਤ ਤੇ ਇਹਨਾਂ ਵੰਡ ਨਾ ਹੁੰਦਾ। ਅਸੀਂ ਭਾਵੇਂ ਉੱਤੋਂ ਇਕੱਠੀ ਸੀ, ਪਰ ਰਿਲੀਜੀਅਸ ਤੌਰ ਤੇ ਡੀਪ ਰੂਟਡ ਡਿਵੀਜ਼ਨ ਸੀਗੀਆਂ, ਜਿਹੜੀ ਕਿ ਵੰਡ ਦੇ ਵਿੱਚ ਉਹਦਾ ਪ੍ਰਤੱਖ ਰੂਪ ਸਾਹਮਣੇ ਆਇਆ, ਜੋ ਰਾਇਟਸ ਔਰ ਸਾਰਾ ਕੁਝ ਉਹਦੇ ਵਿੱਚ ਨਜ਼ਰ ਆਉਂਦਾ ਹੈ। ਤੁਸੀਂ ਕਿੱਦਾਂ ਆਸ ਕਰਦੇ ਹੋ ਕਿ ਅਕਾਲੀ ਦਲ ਆਪਣੇ ਤੌਰ ਤੇ ਆਜ਼ਾਦਾਨਾ ਤੌਰ ਤੇ ਪੋਲੀਟੀਕਲ ਫੈਸਲੇ ਲੈਂਦਾ ਰਿਹਾ? ਸੋ ਇਸ ਕਰਕੇ ਜੋ ਅਸੀਂ ਅੱਜ ਦੇਖ ਰਹੇ ਹਾਂ, ਜੋ ਅਸੀਂ 1947 ਤੋਂ ਬਾਅਦ ਦਾ ਹਾਲ ਵੀ ਅਸੀਂ ਦੇਖ ਰਹੇ ਹਾਂ ਜੋ ਹੋ ਰਿਹਾ, ਇਹਦੀ ਜਿਹੜੀ ਜ਼ਿੰਮੇਵਾਰੀ ਆ, ਇਸ ਤੋਂ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਉਸ ਮੌਕੇ ਦੀ, ਉਹ ਭੱਜ ਨਹੀਂ ਸਕਦੀ। ਸੋ ਦੂਸਰੀ ਗੱਲ ਇਹਦੇ ਨਾਲ ਇਹ ਹੈ ਕਿ ਅਕਾਲੀ ਦਲ ਨੇ ਆਪਣੇ ਕਹਿ ਲਓ ਬਈ ਗਲ ਦੇ ਵਿੱਚ ਜਿਵੇਂ ਪੰਜਾਲੀ ਪਾਉਣੀ ਹੁੰਦੀ ਹੈ ਨਾ, ਉਹ ਸਾਰੇ ਹਿੰਦੁਸਤਾਨ ਦੀ ਤਾਂ ਪਾਈ, ਪਰ ਪੰਜਾਬ ਦੀ ਨਹੀਂ ਪਾਈ। ਹਿੰਦੁਸਤਾਨ ਦੀ ਵੰਡ ਦੇ ਖਿਲਾਫ ਬੋਲਦੇ ਰਹੇ, ਪਰ ਪੰਜਾਬ ਦੀ ਵੰਡ ਦੇ ਹੱਕ 'ਚ ਵੋਟਾਂ ਪਾਈਆਂ। ਸੋ ਤੁਸੀਂ ਸਵਾਲ ਬਹੁਤ ਹੈਰਾਨੀ ਵਾਲਾ ਲੱਗਦਾ ਔਰ ਚੁੱਭਦਾ ਵੀ ਹੈ। ਨਹੀਂ, ਉਹ ਇਸੇ ਕਰਕੇ ਹੈ ਕਿ ਇਹਨਾਂ ਨੇ ਕਦੇ ਵੀ ਆਜ਼ਾਦਾਨਾ ਤੌਰ ਤੇ ਸਿਆਸੀ ਫੈਸਲੇ ਲਏ ਹੀ ਨਹੀਂ, ਤੇ ਉਹ ਇੱਕ ਉਹਨਾਂ ਦੀ ਟੇਲ ਬਣ ਕੇ ਕਹਿ ਲਓ ਵੀ ਫੈਸਲੇ ਲੈਂਦੇ ਰਹੇ। ਸੋ ਇਸ ਕਰਕੇ ਅਸੀਂ ਜਿਹੜੀ ਪੰਜਾਬ ਦਾ ਸੰਤਾਪ 1947 'ਚ ਪੰਜਾਬ ਨੇ ਭੋਗਿਆ, ਤੇ ਉਸ ਤੋਂ ਬਾਅਦ ਵੀ ਅਸੀਂ ਭੋਗ ਰਹੇ ਹਾਂ। ਦੂਸਰੇ ਪਾਸੇ ਅਸੀਂ ਬਾਰਡਰ ਤੋਂ ਦੇਖਦੇ ਹਾਂ, ਅੱਜ ਵੀ ਪੰਜਾਬੀ ਉੱਥੇ ਲਾਗੂ ਨਹੀਂ ਲੈਂਦੇ ਪੰਜਾਬ। ਤੁਸੀਂ ਉੱਥੇ ਦੀ ਪੰਜਾਬ ਦੀ ਜਿਹੜੀ ਅਸੈਂਬਲੀ ਹੈ ਉਹਦੇ ਵਿੱਚ ਤੁਸੀਂ ਪੰਜਾਬੀ 'ਚ ਬੋਲ ਨਹੀਂ ਸਕਦੇ। ਹਾਂਜੀ, ਉੱਥੇ ਵੀ ਇੱਕ ਨਵੀਂ ਨੇਸ਼ਨ ਘੜੀ ਗਈ ਹੈ, ਜਿਹਦੇ ਵਿੱਚ ਕਿਹਾ ਜਾਂਦਾ ਵੀ ਤੁਸੀਂ ਪੰਜਾਬੀ ਦੇ ਤੌਰ ਤੇ ਆਪਣੇ ਆਪ ਨੂੰ ਨਹੀਂ ਸੋਚਣਾ। ਜਿਹੜੀ ਪੰਜਾਬੀ ਤੁਹਾਡੀ ਸ਼ਨਾਖਤ ਹੈ ਇੱਕ ਪੰਜਾਬੀ ਦੇ ਤੌਰ ਤੇ, ਉਹਨੂੰ ਤੁਸੀਂ ਭੁੱਲੋ, ਤੇ ਤੁਸੀਂ ਆਪਣੇ ਆਪ ਨੂੰ ਇੱਕ ਪਾਕਿਸਤਾਨੀ ਦੇ ਤੌਰ ਤੇ ਸੋਚੋ। ਤੇ ਉਹੀ ਚੀਜ਼ ਸਾਡੇ ਪਾਸੇ ਵੀ ਹੈ ਕਿ ਤੁਸੀਂ ਇੱਕ ਪੰਜਾਬੀ ਦੇ ਤੌਰ ਤੇ ਨਹੀਂ, ਤੁਸੀਂ ਇੱਕ ਹਿੰਦੁਸਤਾਨੀ ਦੇ ਤੌਰ ਤੇ, ਇੱਕ ਭਾਰਤੀ ਦੇ ਤੌਰ ਤੇ ਸੋਚੋ। ਠੀਕ ਆ, ਉਹ ਦੋਨੇ ਪਾਸੇ ਉਹ ਜਿਹੜੀਆਂ ਕੌਮਾਂ ਘੜੀਆਂ ਜਾ ਰਹੀਆਂ ਨੇ, ਉਹ ਉਹੀ ਨੇ ਕਿ ਜਿਹੜੀਆਂ ਇਹ ਵੰਡ ਹੀ ਜਿਨ੍ਹਾਂ ਨੂੰ ਫੈਸਿਲੀਟੇਟ ਕਰ ਸਕਦੀ ਸੀ। ਇਸੇ ਕਰਕੇ ਜਿਹੜੇ ਕੀ ਪਲੇਅਰ ਸੀਗੇ ਉਸ ਵੇਲੇ, ਉਹਨਾਂ ਨੇ ਇਹ ਵੰਡ ਦੇ ਰਾਹ ਤੇ ਚੱਲੇ। ਪਰ ਜਿਹੜੀ ਵੰਡ ਨੂੰ ਰੋਕ ਸਕਦੇ ਸੀ, ਜਿਹੜੇ ਇਸ ਧਰਤੀ ਦੇ ਖੈਰਖਾਹ ਸੀਗੇ, ਉਹ ਸਿੱਖ, ਜਿਹੜੇ ਜਿਵੇਂ ਪਹਿਲਾਂ ਗੱਲ ਕਹੀ ਹੈ ਵੀ ਸਿੱਖ ਪੰਜਾਬ ਨੂੰ ਉਸੇ ਤਰ੍ਹਾਂ ਸੋਚਦੇ ਨੇ ਜਿੱਦਾਂ ਇੱਕ ਅਰਬ ਆ ਜਿਹੜਾ ਉਹ ਪੈਲਸਤਾਨੀ ਨੂੰ ਸੋਚਦਾ, ਪਰ ਸਮਝ ਇੰਨੀ ਨਹੀਂ ਸੀ ਕਿ ਉਸ ਸੋਚ ਨੂੰ ਤੁਸੀਂ ਰਿਐਲਿਟੀ ਦੇ ਵਿੱਚ ਕਿੱਦਾਂ ਤਬਦੀਲ ਕਰਨਾ। ਤੇ ਉਸ ਕਰਕੇ ਇਹ ਸਾਰਾ ਜਿਹੜਾ ਦੁਖਾਂਤ ਹੈ ਪੰਜਾਬ ਦੀ ਵੰਡ ਦਾ, ਉਹ ਬਹੁਤ ਵਧੀਆ ਜ਼ਿਕਰ ਕੀਤਾ ਸਰ ਤੁਸੀਂ। ਮੈਂ ਜਦੋਂ ਇਸ ਆਸਟ੍ਰੇਲੀਅਨ ਪਰਸਪੈਕਟਿਵ ਦੀ ਗੱਲ ਕਰਦਾ, ਤੁਸੀਂ ਕਿਹਾ ਵੀ ਸਾਡੀ ਪਛਾਣ ਕਿਵੇਂ ਹੈ। ਆਸਟ੍ਰੇਲੀਆ ਇੱਕ ਫੈਡਰਲ ਸਟਰਕਚਰ ਹੈ। ਇੱਥੇ ਮੈਂ ਸੂਬਾ ਵੀ ਨਹੀਂ ਕਹਿੰਦਾ, ਜਿਹੜੀਆਂ ਬਹੁਤ ਸਾਰੀਆਂ ਮਿਊਨਿਸਪੈਲਿਟੀਆਂ ਜਾਂ ਸਬਰਬ ਨੇ, ਸਿਟੀ, ਉਹ ਵੀ ਆਜ਼ਾਦ ਨੇ, ਉਹ ਆਪਣਾ ਝੰਡਾ ਵੀ ਲਾ ਸਕਦੇ ਆ। ਸੂਬਿਆਂ ਦੇ ਆਪਣੇ ਜਿਹੜੇ ਰਾਈਟਸ ਨੇ, ਤੇ ਫਿਰ ਦੇਸ਼ ਆਉਂਦਾ। ਸੋ ਦੇਸ਼ ਬਹੁਤ ਵੱਡੀ ਚੀਜ਼ ਹੁੰਦਾ, ਬਹੁਤ ਉੱਚੀ ਚੀਜ਼ ਹੈ। ਜੇ ਅਸੀਂ ਆਪਣੇ ਇਲਾਕੇ ਦੇ, ਆਪਣੇ ਰਹਿਣ ਵਾਲੀ ਥਾਵਾਂ ਦੇ ਨਹੀਂ ਬਣਦੇ, ਤੇ ਅਸੀਂ ਸ਼ਾਇਦ ਦੇਸ਼ ਨੂੰ ਵੀ ਇੰਟੀਗ੍ਰਿਟੀ ਜਾਂ ਸਿੰਸੈਰਿਟੀ ਨਹੀਂ ਦਿਖਾ ਸਕਦੇ। ਇਸ ਦਾ ਨਤੀਜਾ ਜਿਹੜਾ ਅੱਜ ਨਕਸ਼ਾ ਸਰ ਨੇ ਦਿਖਾਇਆ, ਜਿਹੜੀ ਗੱਲ ਹੋਈ, ਜਿਹੜੀ ਕਿ ਅਖਬਾਰਾਂ ਦੇ ਵਿੱਚ ਜਰਨਲਿਸਟ ਦੇ ਪੁਆਇੰਟ ਆਫ ਵਿਊ ਤੋਂ ਚਰਚਾ ਚੱਲ ਰਹੀ ਸੀ, ਤੇ ਸਾਡੀ ਲੀਡਰਸ਼ਿਪ ਉਸ ਮੈਜੋਰਿਟੀ ਲੋਕਾਂ ਦੇ ਆਸਾਂ ਤੇ ਨਾ ਉਤਰ ਕੇ ਕਿਉਂ ਹੋਈ, ਉਹ ਕਈ ਕਾਰਨ ਹੋ ਸਕਦੇ ਆ। ਪੰਜਾਬ ਦੀ ਵੰਡ ਹੋਈ, ਆਪਾਂ ਇਹ ਸਮਝਦੇ ਹਾਂ ਕਿ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਵੰਡ ਨਹੀਂ ਸੀ ਮੰਗੀ, ਪੰਜਾਬ ਦੀ ਲੀਡਰਸ਼ਿਪ ਨੇ ਕੁਝ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਦੀ ਵੰਡ ਨੂੰ ਮਨਜ਼ੂਰ ਕੀਤਾ, ਉਸ ਕਰਕੇ ਹੋਈ। ਸੋ ਬਹੁਤ ਬਹੁਤ ਸ਼ੁਕਰੀਆ।
ਤੇ ਆਸ ਕਰਦੇ ਹਾਂ ਕਿ ਹੋਰ ਵੀ ਜਿਹੜੇ ਸਵਾਲ ਆਉਣਗੇ ਆਉਣ ਵਾਲੇ ਸਮੇਂ 'ਚ ਅਸੀਂ ਫਿਰ ਇਹਨਾਂ ਮੁੱਦਿਆਂ ਤੇ ਗੱਲਬਾਤ ਕਰਦੇ ਰਹਾਂਗੇ। ਜਿਹੜੇ ਲੋਕਾਂ ਨੇ ਸਾਨੂੰ ਅੱਤ ਦੇ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਸਾਡੇ ਨਾਲ ਇੱਥੇ ਸਵਾਲ ਜਵਾਬ ਕੀਤੇ, ਉਹਨਾਂ ਦਾ ਵੀ ਧੰਨਵਾਦ। ਤੇ ਜਿਹੜੇ ਬਾਅਦ ਦੇ ਵਿੱਚ ਦੇਖਦੇ ਨੇ ਜਵਾਬ ਦੇਣਗੇ, ਤੇ ਕੋਸ਼ਿਸ਼ ਕਰਾਂਗੇ ਤੇ ਬਾਅਦ ਵਿੱਚ ਤੁਹਾਡੇ ਸਵਾਲ ਆਉਣ, ਸਾਨੂੰ ਸੁਨੇਹੇ ਮਿਲਦੇ ਨੇ, ਅਸੀਂ ਉਹਨਾਂ ਦੇ ਜਵਾਬ ਦੇਵਾਂਗੇ। ਇਸ ਨਾਲ ਹੀ ਇਹ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਇਜਾਜ਼ਤ ਮੰਗਦੇ ਹਾਂ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ।